ਜਦੋਂ ਜਿਪਸੀ ਦੇ ਵਿੱਚ ਉਹਨਾਂ ਨੇ ਗੇਰਿਆ ਹੋਇਆ ਸੀ ਬੰਨ੍ਹ ਕੇ, ਤਾਂ ਉੱਥੇ ਸਮੇਤ ਸੈਣੀ ਜਿਹੜੇ ਕੱਪੜਿਆਂ 'ਤੇ ਦਾਗ ਸੀ ਖੂਨ ਦਾ ਅਤੇ ਹੱਥ 'ਚ ਪਿਸਟਲ ਸੀ, ਉਹ ਆ ਕੇ ਮੈਨੂੰ ਕਹਿੰਦਾ ਵੀ ਤੇਰੇ ਨਾਲ ਵਾਲਿਆਂ ਦਾ ਤਾਂ ਕੰਮ ਕਰਤਾ। ਤੁਹਾਡੇ ਕੋਲ ਹਥਿਆਰ ਨਹੀਂ ਸੀ, ਤੁਸੀਂ ਨਹੀਂ ਕੋਈ ਜਵਾਬੀ ਕਾਰਵਾਈ ਕੀਤੀ? ਨਹੀਂ, ਅਸੀਂ ਹਥਿਆਰ ਨਹੀਂ ਸੀ ਸਾਡੇ ਕੋਲ ਹੈਗਾ, ਅਸੀਂ ਬਿਨਾਂ ਹਥਿਆਰਾਂ 'ਤੇ ਸੀਗੇ। ਜਦੋਂ ਜਥੇਦਾਰਾਂ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ, ਉੱਥੇ ਕਿਉਂ ਨਹੀਂ ਚੱਲਦੇ? ਸ਼੍ਰੋਮਣੀ ਕਮੇਟੀ 'ਚ ਇੰਨਾ ਕੁਝ ਹੋ ਰਿਹਾ, ਉਧਰਲੇ ਪਾਸੇ ਕਿਉਂ ਨਹੀਂ ਜਾਂਦੇ? ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਉੱਥੇ ਢੱਡਰੀਆਂ ਵਾਲਾ ਸਹੀ ਹੈ ਜਾਂ ਗਲਤ ਹੈ? ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜਾ ਜੋ ਬੋਲਿਆ ਉਹਦਾ ਇੱਕ ਇਹ ਨਹੀਂ ਕਿਹਾ ਜਾ ਸਕਦਾ ਭਾਈ ਬਾਬਾ ਹਰਨਾਮ ਸਿੰਘ ਧੁੰਮਾ ਨੇ ਉਹ ਕਤਲ ਕਰਵਾਇਆ। ਢੱਡਰੀਆਂ ਵਾਲੇ ਆ, ਉਹਨਾਂ ਨੂੰ ਵੀ ਬੇਨਤੀ ਆ, ਉਹ ਆਪਣਾ ਹਉਮਾ ਹੰਕਾਰ ਇੱਕ ਵਾਰ ਬੈਠ ਕੇ ਝਾਤੀ ਮਾਰਨ। ਉਹ ਕਹੀ ਜਾਂਦੇ ਸਾਰਿਆਂ ਨੂੰ ਚੋਰ ਆ, ਉਹ ਪੁਜਾਰੀ ਆ, ਇੱਧਰੋਂ ਪੈਸਾ ਖਾਂਦਾ, ਉਹ ਪੁਜਾਰੀ ਇੱਧਰੋਂ ਖਾਂਦਾ। ਉਹ ਇੱਕ ਵਾਰ ਵੀ ਦੱਸ ਦੇਣ ਬਾਬੇ ਨਾਨਕ ਦੀ ਤਰ੍ਹਾਂ, ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਕਦੇ ਉਹਨਾਂ ਨੇ ਹਲ ਵਾਇਆ? ਚੱਡੇ ਪਾੜਨੇ, ਪਾਣੀ ਚੜਾਉਣਾ, ਜੋ ਵੀ ਕਰ ਸਕਦੇ ਸੀ ਉਹ, ਮਤਲਬ ਪਟਿਆਂ ਦੀ ਮਸ਼ੀਨ, ਪਟੇ ਮਾਰਨੇ, ਮਸ਼ੀਨਾਂ ਨਾਲ ਵੀ ਪਟੇ, ਹੱਥਾਂ ਨਾਲ ਵੀ ਪਟੇ, ਫਿਰ ਡੰਡੇ। ਜਿਵੇਂ ਆਪਾਂ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਗੱਲ ਕਰੀਏ, ਜਦੋਂ ਉਹਨਾਂ ਨੂੰ ਬਾਅਦ ਵਿੱਚ ਐਡੀਆਂ ਸੁਵਿਧਾਵਾਂ ਮਿਲਦੀਆਂ ਤਾਂ ਸਾਡੇ ਜਥੇਦਾਰ ਜਿਹੜੇ ਆ ਉਹਨਾਂ ਨੂੰ ਵੀ ਇਹ ਸੁਵਿਧਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੌਮ ਨੂੰ ਬੁਲੰਦੀਆਂ 'ਤੇ ਲਿਜਾਣਾ, ਨਾ ਕਿ ਆਪਣੀ ਕੌਮ ਦਾ ਆਪ ਭੰਡ ਕਰਨਾ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਤਸ਼ੱਦਦ ਦੀ ਚਰਚਾ ਅੱਜ ਕੱਲ੍ਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੀ ਹੈ। ਸੈਣੀ ਦਾ ਕੇਸ ਅਦਾਲਤਾਂ ਦੇ ਵਿੱਚ ਚੱਲ ਰਿਹਾ, ਪਰ ਇਸ ਦਰਮਿਆਨ ਜਿਨ੍ਹਾਂ ਉੱਤੇ ਸੈਣੀ ਨੇ ਤਸ਼ੱਦਦ ਕੀਤਾ ਉਹ ਹੌਲੀ ਨਿਕਲ ਕੇ ਬਾਹਰ ਆ ਰਹੇ ਨੇ। ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਆਵਾਜ਼ ਪਹੁੰਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸੈਣੀ ਕਿੰਨੀ ਕਰੂਰਤਾ ਦੇ ਨਾਲ ਥਾਣਿਆਂ ਦੇ ਵਿੱਚ, ਜੇਲ੍ਹਾਂ ਦੇ ਵਿੱਚ ਲਿਜਾ ਕੇ ਉਹਨਾਂ ਦੇ ਉੱਤੇ ਤਸ਼ੱਦਦ ਢਾਉਂਦਾ ਸੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਉਸ ਵੇਲੇ ਦੇ ਸਾਲ 1991 ਦੀ ਗੱਲ ਕਰਦੇ ਹਾਂ ਕਿ ਸਿੱਖ ਸੰਘਰਸ਼ ਦੇ ਵਿੱਚ ਬੜਾ ਹੀ ਉੱਘਾ ਨਾਮ ਸੀਗਾ ਹਰਵਿੰਦਰ ਸਿੰਘ ਦਾ, ਜਿਨ੍ਹਾਂ ਨੂੰ ਗਿਆਨੀ ਵੀ ਕਿਹਾ ਜਾਂਦਾ ਸੀਗਾ। ਉਹ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਤੇ ਤਸੀਹੇ ਕੀਤੇ ਗਏ, ਕਿਸ ਤਰ੍ਹਾਂ ਉਹਨਾਂ ਨੇ ਤਸ਼ੱਦਦ ਚੱਲਿਆ। ਤਮਾਮ ਗੱਲਬਾਤ ਹੋਏਗੀ ਮੌਜੂਦਾ ਸਿੱਖ ਘਟਨਾਕ੍ਰਮ ਨੂੰ, ਮੌਜੂਦਾ ਸਮੇਂ ਦੇ ਵਿੱਚ ਸਿੱਖਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ, ਅਸੀਂ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਢੱਡਰੀਆਂ ਵਾਲੇ ਦੇ ਮਸਲੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਸੋਚ ਕੀ ਕਹਿੰਦੀ ਹੈ, ਕਿਉਂਕਿ ਉਸ ਸਮੇਂ ਦੇ ਵਿੱਚ ਸਿੱਖ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਦਰਕਨਾਰ ਕਰਕੇ ਆਪ ਜਿਹੜਾ ਅੱਗੇ ਹੋ ਕੇ ਹੌਸਲਾ ਕੀਤਾ ਤੇ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਉਹਨਾਂ ਸਭ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਜੇਲ੍ਹਾਂ ਕੱਟੀਆਂ ਤੇ ਕਿਵੇਂ ਇਹ ਬਾਹਰ ਆਏ। ਹਰਵਿੰਦਰ ਸਿੰਘ, ਤੁਹਾਡਾ ਸਵਾਗਤ ਹੈ ਲੋਕਰਾਜ ਚੈਨਲ ਪੰਜਾਬੀ। ਲੋਕਰਾਜ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਰਵਿੰਦਰ ਸਿੰਘ ਜੀ, ਤੁਹਾਡੀ 1991 ਦੇ ਸੰਘਰਸ਼ ਦੀ ਗੱਲ ਕਰੋ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿੰਨੀ ਉਮਰ ਸੀ ਤੁਹਾਡੀ ਉਦੋਂ ਜਦੋਂ ਤੁਸੀਂ ਇਸ ਪਾਸੇ ਵੱਲ ਆਏ ਸੀ? ਮੈਂ BA ਸੈਕੰਡ ਈਅਰ ਵਿੱਚ ਪੜ੍ਹਦਾ ਸੀ ਉਸ ਟਾਈਮ, ਅਤੇ 19 ਸਾਲ ਦੀ ਉਮਰ ਸੀ ਜਦੋਂ ਮੈਂ ਫੜਿਆ ਗਿਆ। ਇਸ ਤੋਂ 2 ਸਾਲ ਪਹਿਲਾਂ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਕੰਮ ਕਰਨ ਲੱਗ ਗਏ ਸੀ। ਤੁਸੀਂ ਕਿਉਂ, ਕਿਸ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਤੁਰੇ ਸੀ? ਦੇਖੋ, ਪ੍ਰਭਾਵਿਤ ਤਾਂ ਸਾਰੀ ਕੌਮ ਸੀ ਜਿਹੜੀ ਉਸ ਟਾਈਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਪ੍ਰਭਾਵਿਤ ਸੀਗੀ। ਅਤੇ ਜਿਹੜਾ ਸਾਡੇ ਵਿੱਚ ਮਨਾਂ 'ਚ ਰੋਸ ਸੀਗਾ, ਉਹ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀ, ਅਤੇ ਨਾਲ ਹੀ ਕੁਛ ਟਾਈਮ ਬਾਅਦ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਜਿਹੜਾ ਕਤਲੇਆਮ ਹੋਇਆ ਸੀ 1984 'ਚ, ਉਹ ਸਾਡੇ ਮਨ 'ਚ ਰੋਸ ਸੀਗਾ। ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਸਾਰੇ ਹੀ ਜਿੰਨੇ ਵੀ ਯੰਗ ਜਨਰੇਸ਼ਨ ਸੀਗੀ ਉਸ ਟਾਈਮ, ਉਹ ਸੰਤ ਭਿੰਡਰਾਂ ਵਾਲਿਆਂ ਵੱਲੋਂ ਜੋ ਇੱਕ ਪ੍ਰਚਾਰ ਦੀ ਮੁਹਿੰਮ ਚਲਾਈ ਸੀ, ਜਾਗਰਤ ਕੀਤਾ ਸੀ, ਉਹ ਹਰੇਕ ਨੂੰ ਲੱਗ ਰਿਹਾ ਸੀ ਵੀ ਸਾਨੂੰ ਸੰਘਰਸ਼ ਕਰਨ ਦੀ ਲੋੜ ਆ ਸਿੱਖ ਕੌਮ ਨੂੰ। ਅਤੇ ਜਦੋਂ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇਸ ਪਾਸੇ ਤੁਰ ਪਏ, ਪਰਿਵਾਰ ਨੇ ਜਾਂ ਕਿਸੇ ਨੇ ਰੋਕਿਆ ਨਹੀਂ ਤੁਹਾਨੂੰ? ਦੇਖੋ, ਪਰਿਵਾਰ ਤਾਂ ਸਾਰੇ ਰੋਕਦੇ ਹੁੰਦੇ ਆ। ਪਰਿਵਾਰ ਨੂੰ ਇੱਦਾਂ, ਮੈਂ ਜਿਹੜਾ ਫਰੀਡਮ ਫਾਈਟਰ ਪਰਿਵਾਰ 'ਚੋਂ ਆ। ਮੇਰੇ ਦਾਦਾ ਜੀ ਗਿਆਨੀ ਉਦੈ ਸਿੰਘ, ਉਹਨਾਂ ਨੇ ਬਹੁਤ ਸੰਘਰਸ਼ ਕਰਿਆ, ਮਤਲਬ ਜੈਤੋਂ ਦੇ ਮੋਰਚੇ 'ਚੋਂ ਜੇਲ੍ਹ ਵੀ ਕੱਟੀ ਉਹਨਾਂ ਨੇ। ਉਹਨਾਂ ਦੇ ਅੰਗਰੇਜ਼ ਰਾਜ ਦੇ ਵਿੱਚ ਵਰਛੇ ਗੋਲੀਆਂ ਵੀ ਵੱਜੀਆਂ ਸੀਗੀਆਂ। ਅਤੇ ਇੱਕ ਬਹੁਤ ਉੱਘੇ ਸਿੱਖ ਵਿਦਵਾਨ ਵੀ ਸੀ ਮੇਰੇ ਦਾਦਾ ਜੀ ਗਿਆਨੀ ਉਦੈ ਸਿੰਘ ਜੀ। ਤੋ ਇਸ ਕਰਕੇ ਸਾਡਾ ਪਰਿਵਾਰ ਸੀ ਜਿਹੜਾ ਉਹ ਸਿੱਖੀ ਨੂੰ ਪ੍ਰਣਾਇਆ ਹੋਇਆ ਪਰਿਵਾਰ ਸੀ। ਪਰ ਮਾਂ ਬਾਪ ਤਾਂ ਹਮੇਸ਼ਾ ਆਪਣੇ ਬੱਚੇ ਦੀ ਸੁੱਖ ਸਾਂਦ ਵਾਸਤੇ ਮਨਾ ਕਰਦੇ ਹੀ ਹੁੰਦੇ ਆ। ਅਤੇ ਸਾਡੇ ਆਪਣੇ ਜਜ਼ਬਾਤ ਸੀ ਜਿਹੜੇ ਉਹ
ਕਹਿੰਦੇ ਸੀ ਵੀ ਸੰਘਰਸ਼ ਦੀ ਲੋੜ ਆ। ਰਵਿੰਦਰ ਸਿੰਘ, ਸੁਮੇਧ ਸੈਣੀ ਨਾਲ ਵਾਹ ਕਿੱਦਾਂ ਪਿਆ ਤੁਹਾਡਾ? ਅਸੀਂ 4 ਮਈ 1991 ਨੂੰ, ਕਿਉਂਕਿ ਅਸੀਂ ਦਿੱਲੀ ਰਹਿੰਦੇ ਸੀ, ਮੈਂ ਗੁਰਮੀਤ ਸਿੰਘ ਰੋਪੜ ਅਤੇ ਇੱਕ ਪਰਮਿੰਦਰ ਸਿੰਘ ਰਾਜਾ ਬੌਸ ਵੀ ਕਹਿੰਦੇ ਸੀ, ਅਸੀਂ ਦਿੱਲੀ ਰਹਿੰਦੇ ਸੀ ਨਹਿਰੂ ਨਗਰ ਦੇ ਵਿੱਚ। ਉੱਥੋਂ ਅਸੀਂ 4 ਮਈ 1991 ਨੂੰ ਬਾਈ ਬੱਸ ਬਿਨਾਂ ਹਥਿਆਰਾਂ ਤੋਂ ਅਸੀਂ ਉੱਥੋਂ ਆਏ। ਟ੍ਰਿਬਿਊਨ ਚੌਂਕ ਦੇ ਵਿੱਚ ਮੈਂ ਅਤੇ ਗੁਰਮੀਤ ਸਿੰਘ ਰੋਪੜ ਸੀ, ਜਿਹੜਾ ਉਤਰ ਕੇ ਆਟੋ ਕਰਕੇ 45 ਸੈਕਟਰ ਜਿਹੜੀ ਮਾਰਕੀਟ ਆ, ਜਿਹਨੂੰ ਬੜੈਲ ਵੀ ਕਹਿੰਦੇ ਆ, ਉੱਥੇ ਆਏ। ਉੱਥੇ ਜਦੋਂ ਅਸੀਂ ਮਤਲਬ ਅੱਧਾ ਘੰਟਾ 2 ਘੰਟੇ ਸਾਨੂੰ ਹੋ ਗਏ, ਘੰਟਾ 1.5 ਘੰਟਾ ਹੋ ਗਿਆ ਉੱਥੇ, ਤਾਂ ਇੱਕ ਚਿੱਟੀ ਵੈਨ ਜਿਹੜੀ ਕਾਲੇ ਸ਼ੀਸ਼ਿਆਂ ਵਾਲੀ ਸੀ, ਜਿਹਨੂੰ ਆਮ ਤੌਰ 'ਤੇ ਉਦੋਂ ਹਰ ਬੰਦੇ ਦੀ ਜ਼ੁਬਾਨ ਵਿੱਚ ਸੀ ਕਿ ਉਹ ਕੈਟਾਂ ਦੀ ਹੁੰਦੀ ਸੀ, ਉਹਨਾਂ ਨੇ ਗੋਲੀਆਂ ਮਾਰਨੀਆਂ ਹੁੰਦੀਆਂ ਸੀ। ਉਹ ਇੱਕ ਵੈਨ ਆ ਕੇ ਰੁਕੀ। ਮੈਂ ਕੱਪੜੇ ਦਾ ਅਸੀਂ ਕੱਪੜੇ ਖਰੀਦੇ ਸੀਗੇ, ਮੈਂ ਕੱਪੜਿਆਂ ਦਾ ਨਾਪ ਟੇਲਰ ਮਾਸਟਰ ਨੂੰ ਦੇ ਰਿਹਾ ਸੀ, ਅਤੇ ਉਹਨਾਂ ਨੇ ਜਦੋਂ ਮੇਰੇ ਨਾਲ ਵਾਲਿਆਂ ਨੇ ਦੇਖੀ, ਕਿਉਂਕਿ ਇੱਕ ਸਿੰਘ ਭਾਈ ਬਲਦੇਵ ਸਿੰਘ, ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਦਲਜੀਤ ਸਿੰਘ ਬਿੱਟੂ ਦਾ ਜ਼ਿਲ੍ਹੇ ਦਾ ਪ੍ਰਧਾਨ ਸੀ ਰੋਪੜ ਦਾ, ਉਹ ਵੀ ਉਸ ਟਾਈਮ ਭਗੌੜਾ ਸੀ, ਉਹ ਵੀ ਸਾਡੇ ਨਾਲ ਸੀ ਉੱਥੇ 45 ਸੈਕਟਰ ਦੇ ਵਿੱਚ ਨਾਲ ਸੀਗਾ। ਸਾਡਾ ਜਿਹੜਾ ਪਰਮਿੰਦਰ ਸਿੰਘ ਬੌਸ ਸੀ, ਉਹ ਸਾਡੇ ਤੋਂ ਅੱਗੇ ਉਹ ਕਿਸੇ ਕੰਮ 'ਤੇ ਜਾਣਾ ਸੀ, ਉਹਨੇ ਉਹ ਨਿਕਲ ਗਿਆ ਸੀ ਬੱਸ ਦੇ ਵਿੱਚ। ਅਸੀਂ ਉਤਰੇ ਸੀ, ਮੈਂ ਅਤੇ ਗੁਰਮੀਤ ਸਿੰਘ ਰੋਪੜ। ਤੁਸੀਂ ਦਿੱਲੀ ਤੋਂ ਚੰਡੀਗੜ੍ਹ ਕੀ ਕਰਨਾ ਸੀ? ਅਸੀਂ ਇੱਥੇ ਕੁਛ ਆਪਣਾ ਕੰਮ ਵਾਸਤੇ, ਕਿਸੇ ਨੂੰ ਮਿਲਣ ਵਾਸਤੇ ਆਏ ਸੀਗੇ, ਅਤੇ ਕਿਉਂਕਿ ਅਸੀਂ ਵੀ ਉਸ ਟਾਈਮ ਭਗੌੜੇ ਸੀਗੇ ਪੁਲਿਸ ਵੱਲੋਂ, ਅਤੇ ਇਸ ਕਰਕੇ ਅਸੀਂ ਆਪਣੇ ਜਿਹੜਾ ਸਿੱਖ ਸੰਘਰਸ਼ ਦਾ ਜੋ ਯੋਗਦਾਨ ਬਣਦਾ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ, ਉਹਦੇ ਸੰਬੰਧ ਵਿੱਚ ਅਸੀਂ ਜਾਂਦੇ ਆਉਂਦੇ ਰਹਿੰਦੇ ਸੀ, ਕਦੇ ਦਿੱਲੀ, ਕਦੇ ਪੰਜਾਬ, ਕਦੇ ਕਿਤੇ ਹੋਰ ਵੀ। ਅਤੇ ਉਹ ਆਪਣਾ ਉੱਥੇ ਦੁਪਹਿਰ ਨੂੰ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਉਹ ਚਿੱਟੇ ਕੱਪੜਿਆਂ ਦੇ ਵਿੱਚ ਪੁਲਿਸ ਚੱਪੇ 'ਤੇ ਉੱਥੇ ਘੁੰਮ ਰਹੀ ਸੀ। ਜਦੋਂ ਨਾਪ ਦੇ ਰਹੇ ਸੀ ਤਾਂ ਉਹਨਾਂ ਨੇ ਜਦੋਂ ਦੇਖਿਆ ਮੇਰੇ ਨਾਲ ਵਾਲੇ ਸਿੰਘਾਂ ਨੇ, ਉਹ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ, ਅਤੇ ਇੱਕਦਮ ਜਦੋਂ ਉਹ ਖਿਸਕੇ ਥੋੜ੍ਹਾ ਜਿਹਾ ਅੱਗੇ ਗਏ, ਮੋੜ ਕੱਟਿਆ ਅਤੇ ਨਾਲ ਦੀ ਨਾਲ ਹੀ ਗੋਲੀ ਚੱਲੀ। ਮੈਨੂੰ ਨਾਲ ਦੀ ਨਾਲ ਉਹਨਾਂ ਨੇ ਫੜ ਲਿਆ, ਪਿੱਛੇ ਨੂੰ ਨੋੜ ਲਿਆ। 5-7 ਸਕਿੰਟਾਂ ਦੇ ਵਿੱਚ ਹੀ ਦੂਸਰੀ ਗੋਲੀ ਵੀ ਚੱਲ ਗਈ। ਮਤਲਬ ਫਿਰ ਮੈਨੂੰ ਜਦੋਂ ਜਿਪਸੀ ਦੇ ਵਿੱਚ ਉਹਨਾਂ ਨੇ ਘੇਰਿਆ ਹੋਇਆ ਸੀ ਬੰਨ੍ਹ ਕੇ, ਤਾਂ ਉੱਥੇ ਸੁਮੇਧ ਸੈਣੀ, ਜਿਹੜੇ ਕੱਪੜਿਆਂ 'ਤੇ ਦਾਗ ਸੀ ਖੂਨ ਦਾ, ਅਤੇ ਹੱਥ 'ਚ ਪਿਸਟਲ ਸੀ, ਉਹ ਆ ਕੇ ਮੈਨੂੰ ਕਹਿੰਦਾ ਵੀ ਤੇਰੇ ਨਾਲ ਵਾਲਿਆਂ ਦਾ ਤਾਂ ਕੰਮ ਕਰਤਾ। ਤੁਹਾਡੇ ਕੋਲੇ ਹਥਿਆਰ ਨਹੀਂ ਸੀ? ਤੁਸੀਂ ਨਹੀਂ ਕੋਈ ਜਵਾਬੀ ਕਾਰਵਾਈ ਕੀਤੀ? ਨਹੀਂ, ਅਸੀਂ ਹਥਿਆਰ ਨਹੀਂ ਸੀ ਸਾਡੇ ਕੋਲ ਹੈਗਾ, ਅਸੀਂ ਬਿਨਾਂ ਹਥਿਆਰਾਂ 'ਤੇ ਸੀਗੇ, ਅਤੇ ਅਸੀਂ ਤਾਂ ਜਿਹੜਾ ਕੰਮ ਆਏ ਸੀ ਉਹ ਉੱਥੇ ਹਥਿਆਰਾਂ ਦੀ ਵੀ ਕੋਈ ਲੋੜ ਨਹੀਂ ਸੀ ਹੈਗੀ, ਅਤੇ ਅਸੀਂ ਜਿਹੜੇ ਕੰਮ ਆਏ ਸੀ ਉਹ ਕੰਮ ਕਰਕੇ ਅਸੀਂ ਦਿੱਲੀ ਨੂੰ ਨਿਕਲ ਜਾਣਾ ਸੀ। ਅਤੇ ਉਹ ਜਿਹੜਾ ਸੀ ਉਹ ਬਿਨਾਂ ਹਥਿਆਰਾਂ ਤੋਂ ਮੁੰਡੇ ਸੀ, ਉਹਨਾਂ ਨੂੰ ਫੜਿਆ ਜਾ ਸਕਦਾ ਸੀ ਨਾਲ ਵਾਲੇ ਸਿੰਘਾਂ ਨੂੰ, ਲੇਕਿਨ ਇਹਨਾਂ ਨੇ ਸਿਰਫ ਗੋਲੀਆਂ ਮਾਰਨ 'ਚ ਯਕੀਨ ਕਰਿਆ। ਤੁਸੀਂ ਆਪਣੀ ਜਥੇਬੰਦੀ ਦਾ ਕੋਈ ਕੰਮ ਆਏ ਸੀ ਉੱਥੇ? ਹਾਂ, ਦੇਖੋ, ਜਥੇਬੰਦਕ ਤੌਰ 'ਤੇ ਹੀ ਕੰਮ ਜਾਣਾ ਆਉਣਾ ਪੈਂਦਾ ਜਦੋਂ ਬੰਦਾ ਰੂਹ-ਪੋਸ਼ ਹੋਇਆ ਵਾ ਹੁੰਦਾ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਅਸੀਂ ਜਿਹੜਾ ਕੰਮ ਕਰਦੇ ਸੀ, ਅਸੀਂ ਜਥੇਬੰਦਕ ਤੌਰ 'ਤੇ ਹੀ ਕੰਮਾਂ ਕਾਰਾਂ ਦੇ ਵਿੱਚ। ਕੀ ਪਲੈਨਿੰਗ ਕੀ ਚੱਲਦੀ ਸੀ? ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਕੁਝ ਹੋਰ ਸੀ? ਨਹੀਂ, ਉਹ ਪਲੈਨਿੰਗ ਤਾਂ ਜਿਹੜੀ ਹੁੰਦੀ ਆ ਅੰਦਰੂਨੀ ਹੁੰਦੀ ਆ, ਉਹ ਕਦੇ ਓਪਨ ਨਹੀਂ ਕਰੀਆਂ ਜਾ ਸਕਦੀਆਂ ਉਹ ਚੀਜ਼ਾਂ, ਅਤੇ ਬਾਕੀ ਸਾਡਾ ਕੋਈ ਇਹ ਤਾਂ ਵਾਰਦਾਤ ਵਾਲਾ ਕੋਈ ਪਲਾਨਿੰਗ ਨਹੀਂ ਸੀ ਹੈਗੀ। ਕਿਉਂਕਿ ਇਹੀ ਹੁੰਦਾ ਨਾ ਕਿ ਪੁਲਿਸ ਨੂੰ ਕਿਤੇ ਨਾ ਕਿਤੇ ਸੂਹ ਮਿਲ ਜਾਂਦੀ ਹੈ ਕਿ ਤੁਸੀਂ ਜਿਹੜਾ ਉੱਥੋਂ ਜੇ ਦਿੱਲੀੋਂ ਚੰਡੀਗੜ੍ਹ ਪਹੁੰਚ ਗਏ ਹੋ ਤੇ ਤੁਹਾਨੂੰ ਗ੍ਰਿਫਤਾਰ ਕਰ ਰਹੇ ਨੇ, ਕੋਈ ਨਾ ਕੋਈ ਸੂਹ ਤਾਂ ਕਿਸੇ ਨੇ ਦੇਤੀ ਹੋਣੀ ਨਾ। ਨਹੀਂ, ਸਾਡੀ ਜਿਹੜਾ ਦਲਜੀਤ ਸਿੰਘ ਬਿੱਟੂ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਨਾ, ਉਹ ਇਹ ਜਿਹੜੇ ਐਕਸ਼ਨ ਸੀਗੇ, ਉਹ ਕਹਿੰਦੇ ਸੀ ਦਲਜੀਤ ਸਿੰਘ ਬਿੱਟੂ ਦਾ ਵੀ ਇਹ ਕਾਫੀ ਉਹ ਸੀ 5 ਮੈਂਬਰੀ ਪੰਥਕ ਕਮੇਟੀ ਦਾ ਇੱਕ ਅਹਿਮ ਯੋਗਦਾਨ ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਪਾ ਰਿਹਾ ਸੀ, ਉਹਦਾ ਵੀ ਇਹੀ ਸੀ ਵੀ ਇਹ ਜਿਹੜਾ ਮਾਰਕਾਟ ਆ, ਖੂਨੀ ਸੰਘਰਸ਼ ਆ, ਇਹਨੂੰ ਛੱਡ ਕੇ ਸਾਨੂੰ ਜਿਹੜਾ ਇਹ ਸਿਆਸੀ ਸੰਘਰਸ਼ ਦੇ ਵਿੱਚ ਵੀ ਅੱਗੇ ਵਧਣਾ ਪੈਣਾ। ਉਸ ਸੰਬੰਧ ਵਿੱਚ ਜਥੇਬੰਦਕ ਜਿਹੜੀ ਸੰਗਠਨ ਬਣਾਉਣ ਵਾਸਤੇ, ਕਿਉਂਕਿ ਮੈਂ ਵੀ ਜਥੇਬੰਦਕ ਸਕੱਤਰ ਸੀਗਾ ਉਹਦਾ, ਅਤੇ ਉਹ ਭਾਈ ਭਾਈ ਬਲਦੇਵ ਸਿੰਘ ਸੀ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਸੀ, ਉਹ ਅਸੀਂ ਅੱਗੇ ਦੀ ਇੱਥੇ ਰੂਪ ਰੇਖਾ ਵੀ ਕਾਲਜਾਂ ਦੇ ਵਿੱਚ ਕਿਵੇਂ ਸੰਗਠਿਤ ਕਰਨਾ, ਉਹਦੇ ਸੰਬੰਧ ਵਿੱਚ ਮਿਲਣਾ ਸੀ। ਜਦੋਂ ਤੁਹਾਡੇ ਨਾਲ ਦੇ ਸਾਥੀਆਂ ਨੂੰ ਮਾਰ ਮੁਕਾ ਤਾ, ਉਹ ਕਿੱਥੋਂ ਦੇ? ਗੁਰਮੀਤ ਸਿੰਘ ਤੇ ਦੂਜੇ ਸਾਥੀ ਜਿਹੜੇ ਕਿੱਥੋਂ ਦੇ ਸੀ ਪੰਜਾਬ 'ਚ?
ਉਹ ਰੋਪੜ ਦੇ ਸੀਗੇ। ਜਦੋਂ ਮੈਂ ਗੁਰਮੀਤ ਸਿੰਘ ਰੋਪੜ, ਉਹਦੇ ਤੇ ਵੀ 10-15 ਲੱਖ ਰੁਪਏ ਦਾ ਇਨਾਮ ਸੀਗਾ, ਪੁਲਿਸ ਨੇ ਰੱਖਿਆ ਹੋਇਆ, ਉਹ ਰੋਪੜ ਦਾ ਸੀ। ਤੇ ਦੂਸਰਾ ਭਾਈ ਬਲਦੇਵ ਸਿੰਘ ਭੱਕੂ ਮਾਜਰਾ, ਉਹ ਭੱਕੂ ਮਾਜਰਾ ਪਿੰਡ ਵੀ ਰੋਪੜ ਦੇ ਵਿੱਚ ਹੀ ਪੈਂਦਾ। ਤੁਹਾਡੇ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਸੈਣੀ ਨੇ ਮੌਕੇ ਤੇ ਮਾਰਤਾ ਉਹਨੂੰ? ਮੇਰੇ ਸਾਹਮਣੇ ਹੀ ਹੋਇਆ ਜੀ, ਮੈਂ ਤਾਂ ਉੱਥੇ ਨਾਲ ਹੀ ਪੀੜਤ ਸੀਗਾ, ਮੈਨੂੰ ਫੜ ਕੇ ਬੰਨ੍ਹ ਕੇ ਜਿਪਸੀ ਦੇ ਵਿੱਚ ਘੇਰਿਆ ਹੋਇਆ ਸੀ ਤੇ ਉਹਨਾਂ ਨੂੰ ਨਾਲ ਦੀ ਨਾਲੇ ਗੋਲੀਆਂ ਮਾਰ ਕੇ ਮੈਨੂੰ ਆਪ ਸਮੇਤ ਸੈਣੀ ਨੇ ਪਿਸਟਲ ਹੱਥ 'ਚ ਫੜਿਆ ਹੋਇਆ ਸੀ, ਮੈਨੂੰ ਆ ਕੇ ਕਿਹਾ ਉਹਨੇ ਵੀ ਤੇਰੇ ਨਾਲ ਵਾਲੇ ਤਾਂ ਮਾਰਤੇ, ਤੈਨੂੰ ਵੀ 2-4 ਦਿਨਾਂ 'ਚ ਤੈਨੂੰ ਵੀ ਭੜਕਾ ਦੇਣਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਤੁਹਾਨੂੰ ਕਿੱਥੇ ਲੈ ਕੇ ਗਏ? ਫਿਰ ਸਾਨੂੰ 34 ਸੈਕਟਰ ਦੇ ਥਾਣੇ 'ਚ ਉਹ ਲੈ ਗਏ। ਉੱਥੇ ਜਾ ਕੇ ਫਿਰ ਟੌਰਚਰ ਜਿਹੜਾ ਸੀ ਨਜਾਇਜ਼ ਤਸ਼ੱਦਦ ਉਹ ਸਟਾਰਟ ਹੋ ਗਿਆ ਜੀ। ਹਾਲਤ ਨੰਗੇ ਕਰਕੇ ਕਰੰਟ ਲਾਉਣੇ, ਚੱਡੇ ਪਾੜਨੇ, ਪਾਣੀ ਚੜਾਉਣਾ, ਜੋ ਵੀ ਕਰ ਸਕਦੇ ਸੀ ਉਹ, ਮਤਲਬ ਪਟਿਆਂ ਦੀ ਮਸ਼ੀਨ ਪਟੇ ਮਾਰਨੇ, ਮਸ਼ੀਨਾਂ ਨਾਲ ਵੀ ਪਟੇ, ਹੱਥਾਂ ਨਾਲ ਵੀ ਪਟੇ, ਫਿਰ ਡੰਡੇ। ਕੋਈ ਐਸਾ ਜਿਹੜਾ ਪੁਲਿਸ ਕਰਦੀ ਸੀਗੀ ਉਸ ਟਾਈਮ 'ਤੇ ਕੋਈ ਐਸਾ ਨਹੀਂ ਸੀ ਜਿਹੜਾ ਸਾਡੇ 'ਤੇ ਨਹੀਂ ਕਰ ਰਹੀ ਸੀ। ਉਹਨਾਂ ਨੇ ਲਗਾਤਾਰ ਕਰਿਆ ਉਸ ਦਿਨ। ਉਸ ਤੋਂ ਬਾਅਦ ਫਿਰ ਸਾਨੂੰ ਸ਼ਾਮ ਨੂੰ 11 ਸੈਕਟਰ CIA ਸਟਾਫ ਸੀਗਾ ਉੱਥੇ ਲੈ ਗਏ ਅਤੇ ਫਿਰ ਉੱਥੇ ਲਗਾਤਾਰ ਕਰਦੇ ਰਹੇ। ਮੇਰੇ ਨਾਲ ਉੱਥੇ ਜਿਹੜੇ ਮੁੰਡੇ ਹੋਰ, ਇੱਕ ਜਰਨੈਲ ਸਿੰਘ ਕਕਰਾਲੀ ਵਾਲਾ, ਜਿਹਦੇ ਅਸੀਂ ਡੈਰੀ 'ਤੇ ਆਏ ਸੀਗੇ, ਅਤੇ ਇੱਕ ਸੀਗਾ ਉਹਦੇ ਨਾਲ ਹੋਰ ਮੁੰਡਾ ਸੀ, ਉਹਦਾ ਮੈਂ ਨਾਂ ਨਹੀਂ ਜਾਣਦਾ, ਉਹ ਵੀ ਨਾਲ ਸੀ, ਉਹਨਾਂ 'ਤੇ ਵੀ ਤਸ਼ੱਦਦ ਹੋਇਆ। ਜਰਨੈਲ ਸਿੰਘ ਕਕਰਾਲੀ ਵਾਲੇ ਜਾਂ ਹੋਰ ਤੁਹਾਡੇ ਸਾਥੀ ਹੁਣ ਜਿਉਂਦੇ ਨੇ? ਹਾਂਜੀ, ਉਹ ਜਿਉਂਦੇ ਜੀ। ਤੇ ਉਸ ਤੋਂ ਇਹ ਸਾਰੇ ਤਸ਼ੱਦਦ ਜਦੋਂ ਢਾਹ ਰਹੇ ਸੀ, ਸੁਮੇਧ ਸੈਣੀ ਇਸ ਸਭ ਦੇ ਵਿੱਚ ਮੌਜੂਦ ਸੀ ਉਸ ਵੇਲੇ? ਸਮੇਧ ਸੈਣੀ ਤਾਂ ਆਪ ਹੀ ਤਸ਼ੱਦਦ ਕਰਦਾ ਸੀ, ਆਪ ਟੌਰਚਰ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਸਮੇਧ ਸੈਣੀ ਜਦੋਂ ਰਾਤ ਨੂੰ 8 ਵਜੇ ਆ ਕੇ ਰਾਤ ਨੂੰ 2-2 ਵਜੇ ਤੱਕ ਮੇਰੇ ਇਕੱਲੇ 'ਤੇ ਵੀ ਤਸ਼ੱਦਦ ਕਰਿਆ ਉਹਨੇ। ਕਰੰਟ ਲਾਉਣਾ, ਆਪ ਲਾਉਣਾ ਕਰੰਟ, ਜਦੋਂ ਚੱਡੇ ਪਾੜਨੇ ਅਤੇ ਚੱਡੇ ਪਾੜਨ ਵਾਸਤੇ ਫਿਰ ਉਹ ਬੰਦੇ ਨਾਲ ਪੁਲਿਸ ਵਾਲੇ ਜਿਹੜੇ ਹੁੰਦੇ ਉਹ ਬੁਲਾ ਲੈਣੇ, ਜਦੋਂ ਘੋਟਣਾ ਲਾਉਣਾ ਉਹ ਨਾਲ ਬੁਲਾ ਲੈਣੇ। ਮਤਲਬ ਨਾਲ 2-4 ਅਫਸਰ ਹੋਰ, ਜਿੱਦਾਂ ਬਲਦੇਵ ਸਿੰਘ ਸੈਣੀ, ਉਹ ਉਦੋਂ SP ਸੀਗਾ ਉੱਥੇ, ਹੋਰ ਇੱਕ ਦੋ ਥਾਣੇਦਾਰ, DSP, ਉਹ ਮਤਲਬ ਅਫਸਰ ਉੱਥੇ ਨਾਲ ਹਾਜ਼ਰ ਹੁੰਦੇ ਸੀਗੇ। ਇੰਟੈਰੋਗੇਸ਼ਨ ਦੌਰਾਨ ਪੁੱਛਦੇ ਕੀ ਸੀ ਤੁਹਾਨੂੰ, ਜਿਹੜੀ ਗੱਲ ਦਾ ਉਹਨਾਂ ਨੂੰ ਜਵਾਬ ਨਹੀਂ ਮਿਲਦਾ ਤੇ ਹੋਰ ਇੰਟੈਰੋਗੇਟ ਕਰਦੇ ਰਹੇ? ਹਾਂਜੀ, ਇੰਟੈਰੋਗੇਸ਼ਨ ਦਾ ਤਾਂ ਨਾਂ ਦਿੱਤਾ ਜਾਂਦਾ। ਇੰਟੈਰੋਗੇਸ਼ਨ ਵੈਸੇ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਇੰਟੈਰੋਗੇਸ਼ਨ ਇਹ ਕਿਹਾ ਨਹੀਂ ਜਾ ਸਕਦਾ। ਇੰਟੈਰੋਗੇਸ਼ਨ ਤਾਂ ਹੁੰਦੀ ਪੁੱਛ ਗਿੱਛ। ਇਹ ਤਾਂ ਤਸ਼ੱਦਦ ਕਰਦੇ ਸੀਗੇ, ਤਸ਼ੱਦਦ ਕਰਕੇ ਇਹ ਮਤਲਬ ਇਹਨਾਂ ਦਾ ਕੰਮ ਤਾਂ ਇਹੀ ਹੁੰਦਾ ਸੀ ਵੀ ਹੋਰ ਮੁੰਡੇ ਜਿੰਨੇ ਵੀ ਹੈਗੇ ਆ ਕੋਈ ਨਾਲ ਦੇ ਉਹ ਫਸਾ ਦਈਏ। ਫਿਰ ਨਾਲ ਦੇ ਕਿਸੇ ਜਿੱਥੇ ਇਹ ਜਾਂਦੇ ਆਉਂਦੇ ਆ, ਕਿਸੇ ਦੀ ਠਹਿਰਾਂ ਠੂਰਾਂ ਹੁੰਦੀਆਂ ਜਿਹੜੀਆਂ ਵੀ ਉਹ ਫਸਾਵੇ, ਫਿਰ ਅਸੀਂ ਪੈਸੇ ਪੂਸੇ ਉਹਨਾਂ ਤੋਂ ਵੀ ਲਈਏ, ਉਹਨਾਂ ਨੂੰ ਚੱਕ ਕੇ ਉਹਨਾਂ 'ਤੇ ਵੀ ਤਸ਼ੱਦਦ ਕਰੀਏ, ਪੈਸੇ ਵੀ ਲਈਏ। ਇਹ ਇਹਨਾਂ ਦਾ ਆਮ ਇੱਕ ਵਰਤਾਰਾ ਸੀਗਾ। ਇਸ ਇਕੱਲਾ ਸਮੇਧ ਸੈਣੀ ਦਾ ਨਹੀਂ, ਇਹ ਹੋਰ ਵੀ ਅਫਸਰ ਪੰਜਾਬ ਦੇ ਵਿੱਚ ਜਿਹੜੇ ਲਾਏ ਹੋਏ ਸੀਗੇ ਉਹਨਾਂ ਦਾ ਸਾਰਿਆਂ ਦਾ ਹੀ ਵਰਤਾਰਾ ਸੀਗਾ। ਚਲੋ ਜਾਣੀ ਇਹ ਆ ਵੀ ਸਾਡੇ 'ਤੇ ਜਿਹੜੀ ਬੀਤੀ ਆ ਉਹ ਸਮੇਧ ਸੈਣੀ ਨੇ ਕਰਿਆ ਸਾਡੇ 'ਤੇ ਤਸ਼ੱਦਦ। ਬਾਕੀ ਪੰਜਾਬ 'ਚ ਆਮ ਹੁੰਦਾ ਸੀ, ਹਰੇਕ ਜ਼ਿਲ੍ਹੇ ਦਾ SSP, ਗੋਬਿੰਦ ਰਾਮ ਦੇਖ ਲਓ ਤੁਸੀਂ, ਸੀਤਾ ਰਾਮ ਦੇਖ ਲਓ, ਸਵਰਨ ਸਿੰਘ ਘੋਟਣਾ, ਮੁਹੰਮਦ ਮੁਸਤਫਾ, ਇਜ਼ਹਾਰ ਆਲਮ, ਜਿਹੜੇ ਦਾ ਵੀ ਤੁਸੀਂ ਨਾਂ ਲਓਗੇ, ਸਾਰਿਆਂ ਨੇ ਇਹਨਾਂ ਨੇ ਕੈਟ ਰੱਖੇ ਹੋਏ ਸੀਗੇ ਚੱਕ ਕੇ ਲਿਆਉਣ ਨੂੰ। ਕੈਟਾਂ ਦਾ ਚੱਕ ਕੇ ਲਿਆ ਕੇ ਫਿਰ ਉਹ ਤਸ਼ੱਦਦ ਕਰਦੇ ਸੀ। ਜਿਹਨੂੰ ਗੋਲੀ ਮਾਰਨ ਨੂੰ ਇਹਨਾਂ ਨੇ ਕਹਿ ਦਿੱਤਾ, ਨਾਲ ਦੀ ਨਾਲ ਗੋਲੀਆਂ ਮਾਰ ਦਿੰਦੇ ਸੀ। ਸਮੇਧ ਸੈਣੀ ਤਾਂ ਚੰਡੀਗੜ੍ਹ ਦੇ ਵਿੱਚ ਸੀ, ਉਹ ਤਾਂ ਖੁਦ ਵੀ ਮਾਰਦਾ ਸੀ ਨਾਲ। ਤੁਹਾਡੇ ਸਾਥੀਆਂ ਨੂੰ ਤਾਂ ਗੋਲੀਆਂ ਮਾਰਤੀਆਂ, ਤੁਹਾਨੂੰ ਕਹਿ ਦਿੱਤਾ ਕਿ ਤੁਹਾਨੂੰ ਵੀ ਮਾਰ ਦਾਂਗੇ, ਫਿਰ ਤੁਹਾਡਾ ਬਚਾਅ ਕਿੱਦਾਂ ਹੋ ਗਿਆ? ਸਾਡਾ ਬਚਾਅ ਤਾਂ ਪ੍ਰਮਾਤਮਾ ਨੇ ਕਰਤਾ ਜੀ ਬਚਾਅ। ਬਾਕੀ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਵੀ ਬਚਾਅ ਕਿਵੇਂ ਹੋ ਗਿਆ। ਸਾਡਾ ਇਹ ਆ ਵੀ ਜ਼ਰੂਰ ਵੀ ਜਿਹੜਾ ਇਹ ਸਾਡਾ ਤਸ਼ੱਦਦ ਜਦੋਂ ਹੋਇਆ, ਤਸ਼ੱਦਦ ਹੁੰਦੇ ਸਾਡੇ ਨਾਲ ਇੱਕ ਪਰਮਿੰਦਰ ਸਿੰਘ ਜਿਹੜਾ ਰਾਜਾ ਬੌਸ, ਜਿਹੜਾ ਪਹਿਲੇ ਦਿਨ ਵੀ ਸਾਡੇ ਨਾਲ 4 ਮਈ ਨੂੰ ਆਇਆ ਸੀਗਾ, ਉਹ ਵਾਪਸ ਉਹੀ ਜਿਹੜਾ ਅਸੀਂ ਘਰ ਦਿੱਲੀ ਲਿਆ ਹੋਇਆ ਸੀ ਕਿਰਾਏ ਪਰ, ਉੱਥੇ ਚਲੇ ਗਿਆ ਸੀ। ਇਹਨਾਂ ਨੇ ਜਿਹੜੀ ਗੁਰਮੀਤ ਸਿੰਘ ਰੋਪੜ ਦੀ ਡਾਇਰੀ ਸੀਗੀ ਜਿਹਦੇ 'ਚ ਲਿਖਿਆ ਹੋਇਆ ਸੀ ਐਡਰੈਸ, ਉਹ ਕੋਡ ਵਗੈਰਾ ਖੋਲ੍ਹ ਕੇ ਇਹਨਾਂ ਨੇ ਐਡਰੈਸ ਕੱਢ ਕੇ ਉੱਥੇ ਬਲਦੇਵ ਸੈਣੀ SP ਸੀ ਜਿਹੜਾ, ਉਹਦੀ ਅਗਵਾਈ ਦੇ ਵਿੱਚ ਇਹਨਾਂ ਨੇ ਰੇਡ ਕਰੀ ਉੱਥੇ ਦਿੱਲੀ ਨਹਿਰੂ ਨਗਰ ਦੇ ਵਿੱਚ। ਅੱਛਾ, ਇੱਕ ਹੋਰ ਗੱਲ ਆ, ਵੈਸੇ ਜੇ ਕਾਨੂੰਨੀ ਤੌਰ 'ਤੇ ਜੇ ਦੇਖਿਆ ਜਾਵੇ ਉਹ ਰੇਡ ਜਿਹੜੀ ਹੁੰਦੀ ਆ ਉੱਥੇ ਦੀ ਲੋਕਲ ਪੁਲਿਸ ਨੂੰ ਸ਼ਾਮਿਲ ਕੀਤਾ ਜਾਂਦਾ। ਇਹਨਾਂ ਨੇ ਕੋਈ ਲੋਕਲ ਪੁਲਿਸ ਨਹੀਂ ਸ਼ਾਮਿਲ ਕਰੀ, ਉੱਥੇ ਤੇ ਬੰਦੇ ਚੱਕ ਕੇ ਲਿਆਂਦੇ ਇੱਥੇ ਨਜਾਇਜ਼ ਰਾਸਤੇ 'ਚ ਰੱਖ ਕੇ। ਫਿਰ ਉਹ ਜਿਹੜਾ ਪਰਮਿੰਦਰ ਸਿੰਘ ਰਾਜਾ ਬੌਸ ਸੀ, ਉਹਦਾ ਵੀ ਇਹਨਾਂ ਨੇ ਐਨਕਾਊਂਟਰ ਕਰਤਾ, ਉਹਦੀਆਂ ਬਾਹਾਂ ਲੱਤਾਂ ਵੱਢ ਕੇ ਐਨਕਾਊਂਟਰ ਕਰਤਾ।
ਬਾਹਾਂ ਲੱਤਾਂ ਕਿਉਂ ਵੱਡੀਆਂ ਪਰਮਿੰਦਰ ਸਿੰਘ ਦੀਆਂ? ਹਾਂਜੀ, ਉਹ ਨਾ ਸਾਡੇ ਮੇਰੇ ਤੇ ਉਹਦੇ ਨਾਲ ਇਕੱਠੇ ਤਸ਼ੱਦਦ ਕਰ ਰਹੇ ਸੀ। ਤੇ ਜਦੋਂ ਇਕੱਠੇ ਸਾਡੇ ਸਾਹਮਣੇ ਜਿਹੜਾ CIA ਸਟਾਫ ਦੇ ਵਿੱਚ ਜਿੱਥੇ ਸਮੇਤ ਸੈਣੀ ਬੈਠਦਾ ਸੀ, ਉੱਥੇ ਸਾਹਮਣੇ ਹੀ ਇੱਕ ਮਤਲਬ ਜਿਹੜੀਆਂ ਕੁਰਸੀਆਂ ਹੁੰਦੀਆਂ ਸੀ ਮੇਜ਼ ਦੇ ਨਾਲ, ਉਹਦੇ ਸਾਡੀਆਂ ਲੱਤਾਂ ਬੰਨ੍ਹ ਦਿੰਦੇ ਸੀ ਅਲਫ ਨੰਗੇ ਸਾਨੂੰ ਕਰਕੇ, ਤੇ ਬਾਹਾਂ ਪਿੱਛੇ ਨੂੰ ਬੰਨ੍ਹ ਦਿੰਦੇ ਸੀ। ਫਿਰ ਉਸ ਤੋਂ ਬਾਅਦ ਫਿਰ ਸਾਡੇ 'ਤੇ ਕਰੰਟ ਜਿਹੜੇ ਲਾਉਣੇ ਆ ਉਹਨਾਂ ਨੇ ਮਤਲਬ ਉਹ ਕਰੰਟ ਫਿਰ ਸ਼ੁਰੂ ਕਰਦੇ ਸੀ। ਉਹ ਕੀ ਹੋਇਆ, ਉਸ ਦਿਨ ਉਹਦੀਆਂ ਜਿਹੜੀਆਂ ਬਾਹਾਂ ਬੰਨਣੀਆਂ ਭੁੱਲ ਗਏ ਪਰਮਿੰਦਰ ਸਿੰਘ ਬੋਸ ਦੀਆਂ। ਉਹ ਸਮੇਤ ਸੈਣੀ ਗਾਲਾਂ ਤਾਂ ਅਕਸਰ ਵੈਸੇ ਕੱਢਦਾ ਹੀ ਸੀ, ਉਹਨੇ ਉਸ ਟਾਈਮ ਮਾਂ ਭੈਣ ਦੀਆਂ ਗਾਲਾਂ ਕੱਢਤੀਆਂ ਉਹਨੂੰ, ਅਤੇ ਉਹਨੇ ਮਾਰਤਾ ਥੱਪੜ। ਜਦੋਂ ਥੱਪੜ ਮਾਰਤਾ ਫਿਰ ਨਾਲ ਦੀ ਨਾਲ ਹੀ ਬਾਹਰ ਤੇ ਪੁਲਿਸ ਵਾਲਿਆਂ ਨੂੰ ਆਵਾਜ਼ ਮਾਰ ਕੇ ਉਹਨੇ ਬਾਹਾਂ ਤਾਂ ਤੁੜਵਾਤੀਆਂ ਨਾਲੇ। ਪਰਮਿੰਦਰ ਸਿੰਘ ਬੋਸ ਨੇ ਸੁਮੇਧ ਸੈਣੀ ਦੇ ਥੱਪੜ ਮਾਰਿਆ? ਹਾਂਜੀ, ਸਮੇਤ ਸੈਣੀ ਦੇ ਥੱਪੜ ਮਾਰਿਆ ਸੀ। ਉਹ ਗਾਲ ਦੇ ਉਹਦੇ 'ਚ, ਕਿਉਂਕਿ ਤਸ਼ੱਦਦ ਤਾਂ ਵੈਸੇ ਹੀ ਹੋ ਰਿਹਾ ਸੀ। ਪਤਾ ਤਾਂ ਸਾਨੂੰ ਮੈਨੂੰ ਵੀ ਇਹੀ ਸੀਗਾ ਵੀ ਇਹਨਾਂ ਨੇ ਮਾਰਨਾ ਹੀ ਆ, ਉਹਨੂੰ ਵੀ ਪਤਾ ਸੀ ਵੀ ਸਾਨੂੰ ਮਾਰਨਾ ਹੀ ਆ, ਕਿਉਂਕਿ ਉਦੋਂ ਵਰਤਾਰਾ ਇਹੀ ਹੁੰਦਾ ਸੀਗਾ ਵੀ ਮਾਰ ਹੀ ਦਿੰਦੇ ਸੀ। ਜਿਹਨੂੰ ਸਿੱਧੀ ਗੋਲੀ ਮਾਰਤੀ ਉਹ ਤਾਂ ਸਿੱਧੀ ਗੋਲੀ ਹੋ ਜਾਂਦੀ ਸੀ, ਜਿਹਨੂੰ ਫੜ ਲੈਂਦੇ ਸੀ ਉਹਨੂੰ ਤਸ਼ੱਦਦ ਕਰਕੇ ਮਾਰ ਦਿੰਦੇ ਸੀ। ਬਹੁਤ ਘੱਟ ਮੁੰਡੇ ਹੁੰਦੇ ਸੀਗੇ ਜਿਨ੍ਹਾਂ ਨੂੰ ਇਹ ਕਿਤੇ ਉਹਦੇ ਪਰਿਵਾਰ ਵਾਲੇ ਕੋਈ ਪੈਸਾ ਦੇ ਕੇ ਛੁਡਵਾ ਲੈਂਦੇ ਸੀ ਜਾਂ ਕੋਈ ਸਿਫਾਰਿਸ਼ ਵੱਡੀ ਲੈ ਕੇ ਛੁਡਵਾ ਲੈਂਦੇ ਸੀ। ਨਹੀਂ, ਜ਼ਿਆਦਾਤਰ ਤਾਂ ਜਿਹੜੇ ਫੜ ਲੈਂਦੇ ਸੀ ਉਹਨਾਂ ਨੂੰ ਮਾਰ ਹੀ ਦਿੰਦੇ ਸੀ। ਤੁਹਾਡਾ ਬਚਾਅ ਕਿੱਦਾਂ ਹੋਇਆ? ਮੈਂ ਉਸੇ ਸਵਾਲ ਤੇ ਫਿਰ ਆਇਆ ਕਿ ਤੁਸੀਂ ਕਿੱਦਾਂ ਇਸ ਸਭ ਦੇ ਵਿੱਚੋਂ ਨਿਕਲੇ? ਸਜ਼ਾ ਹੋਈ ਜਾਂ ਕੀ ਹੋਇਆ ਸੀ? ਮੇਰਾ ਇਹਨਾਂ ਨੇ 14 ਮਈ ਨੂੰ ਮੈਨੂੰ ਰੋਪੜ ਪੁਲਿਸ ਇੱਥੇ ਲਿਆਈ। 14 ਮਈ 1991? ਹਾਂਜੀ, 14 ਮਈ 1991 ਨੂੰ ਉੱਥੇ ਜਿਹੜਾ ਪਰਮਿੰਦਰ ਸਿੰਘ ਬੋਸ ਸੀ ਉਹਦੇ ਤੋਂ ਸਭ ਮੈਨੂੰ ਅਲੱਗ ਕਰਕੇ ਮੈਨੂੰ ਰੋਪੜ ਪੁਲਿਸ ਲਿਆਈ। ਅਤੇ ਸਮੇਤ ਸੈਣੀ ਸੀ ਉਦੋਂ, ਆਪਣਾ ਮੁਹੰਮਦ ਮੁਸਤਫਾ ਸੀ ਉਦੋਂ SSP ਰੋਪੜ, ਅਤੇ ਹਰਭਜਨ ਸਿੰਘ ਸੀ ਕੋਈ CIA ਸਟਾਫ ਦਾ। ਇੱਥੇ ਚਿਹਰੇ 'ਤੇ ਉਹਦੇ ਮਾਤਾ ਦੇ ਦਾਗ ਸੀ। ਉਹ ਲੈ ਕੇ ਆਇਆ ਮੈਨੂੰ ਨਹੀਂ ਸੀ ਪਤਾ ਵੀ ਕਿੱਥੇ ਲੈ ਕੇ ਜਾ ਰਹੇ। ਫਿਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ CIA ਸਟਾਫ ਦੇ ਵਿੱਚ ਫਿਰ ਮੈਨੂੰ ਲਿਆਂਦਾ ਇੱਥੇ। ਫਿਰ SPS ਬਸਰਾ ਸੀ SP ਆਪਰੇਸ਼ਨ ਇੱਥੇ, ਉਹਨੇ ਫਿਰ ਕਾਫੀ ਤਸ਼ੱਦਦ ਮੇਰੇ 'ਤੇ ਕਰਿਆ। ਫਿਰ ਮੈਨੂੰ ਇੱਕ 25/54 ਆਰਮਸ ਐਕਟ ਟਾਡਾ ਐਕਟ ਦਾ ਕੇਸ ਪਾ ਕੇ ਇਹਨਾਂ ਨੇ ਮੈਨੂੰ ਨਾਭਾ ਜੇਲ੍ਹ ਭੇਜਤਾ ਸੀ। ਜਦੋਂ ਮੈਨੂੰ ਪੇਸ਼ ਕਰਿਆ ਇੱਥੇ ਅਦਾਲਤ ਦੇ ਵਿੱਚ, ਉਦੋਂ ਵੀ ਮੈਨੂੰ ਨਾ 2 ਪੁਲਿਸ ਵਾਲੇ ਕੰਧਿਆਂ ਪਰ ਚੱਕ ਕੇ ਲੈ ਕੇ ਗਏ ਸੀ, ਕਿਉਂਕਿ ਮੇਰੀਆਂ ਲੱਤਾਂ ਸੀ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਸੀਗੀਆਂ। ਅਤੇ ਫਿਰ ਜੇਲ੍ਹ ਵਿੱਚ ਚਲੇ ਗਿਆ ਮੈਂ। ਅਤੇ ਉਹ ਪਰਮਿੰਦਰ ਸਿੰਘ ਰਾਜਾ ਸੀ ਜਿਹੜਾ, ਉਹਦਾ ਇਹਨਾਂ ਨੂੰ ਫਿਰ ਕਾਫੀ ਮਤਲਬ ਮਹੀਨੇ 1.5 ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਲੱਤਾਂ ਬਾਹਾਂ ਵੱਢ ਕੇ ਉਹ ਰੋਪੜ ਦੀ ਪੁਲਿਸ ਰੋਪੜ ਦੇ ਉਹਦੇ 'ਚ ਗੇਰਤਾ ਸੀ ਮਾਰ ਕੇ। ਅਤੇ ਰੋਪੜ ਵਾਲਿਆਂ ਨੇ ਫਿਰ ਉਹ ਚੰਡੀਗੜ੍ਹ ਗੇਰਿਆ ਤਾਂ ਉਹਦੀ ਡੈੱਡ ਬੋਡੀ। ਇਸ ਤਰ੍ਹਾਂ ਕਿਉਂ ਕੀਤਾ ਗਿਆ? ਕਦੇ ਡੈੱਡ ਬੋਡੀ ਉੱਧਰ ਕਦੇ ਉੱਧਰ? ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਵੀ ਕਿਉਂ ਕਰਿਆ, ਪਰ ਇੰਨਾ ਜ਼ਰੂਰ ਆ ਕਿ ਇਹ ਰਿਕਾਰਡ ਦੇ ਵਿੱਚ ਆ ਕਿ ਮੁਹੰਮਦ ਮੁਸਤਫੇ ਦੀ ਅਤੇ ਸਮੇਤ ਸੈਣੀ ਦੀ ਇਸ ਮਾਮਲੇ ਕਰਕੇ ਆਪਸ ਵਿੱਚ ਝਗੜਾ ਹੋਇਆ। ਕਾਫੀ ਤਣਾਤਣੀ ਰਹੀ ਹੈ ਇਹਨਾਂ ਦੀ, ਰੋਪੜ ਪੁਲਿਸ ਦੀ ਅਤੇ ਚੰਡੀਗੜ੍ਹ ਪੁਲਿਸ ਦੀ। ਕਿਉਂਕਿ ਇਹ ਜਿਹੜੀ ਰਾਜੇ ਦੀ ਡੈੱਡ ਬੋਡੀ ਸੀ, ਇਹ ਵੈਸੇ ਕਾਨੂੰਨੀ ਤੌਰ 'ਤੇ ਜਦ ਉਹਨਾਂ ਨੇ ਮਾਰਤਾ ਤਾਂ ਉਹਨਾਂ ਦਾ ਉੱਥੇ ਆਪਣਾ ਕਰਵਾ ਕੇ, ਜੇ ਕੋਈ ਵੀ ਫੇਕ ਇਨਕਾਊਂਟਰ ਜਾਂ ਕੁਛ ਕਰਦੇ ਜਾਂ ਵੈਸੇ ਉਹ ਤਸ਼ੱਦਦ ਵਿੱਚ ਕਿੱਦਾਂ ਮਾਰਿਆ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ, ਕਿਉਂਕਿ ਮੈਂ ਤਾਂ ਉਸ ਜਗ੍ਹਾ 'ਤੇ ਉਸ ਟਾਈਮ ਨਹੀਂ ਸੀ ਹੈਗਾ ਜਦੋਂ ਉਹਨਾਂ ਨੇ ਉਹਨੂੰ ਮਾਰਿਆ। ਮੇਰੇ ਸਾਹਮਣੇ ਤਾਂ ਉਹਨਾਂ ਨੇ ਲੱਤਾਂ ਤੋੜ ਦਿੱਤੀਆਂ ਸੀ, ਪਰ ਮੈਨੂੰ ਉਸ ਟਾਈਮ 'ਤੇ ਉਹਨੇ ਇਹ ਗੱਲ ਜ਼ਰੂਰ ਕਹੀ ਸੀ ਵੀ ਤੈਨੂੰ ਮੈਂ ਵੱਢ ਕੇ ਘੇਰੂੰਗਾ, ਸਮੇਤ ਸੈਣੀ ਨੇ। ਅਤੇ ਫਿਰ ਉਹਨੂੰ ਮਾਰਨ ਦੇ ਬਾਅਦ ਕਦੇ ਰੋਪੜ ਦੇ ਉਹਦੇ 'ਚ ਹੱਦ ਦੇ ਵਿੱਚ ਘੇਰ ਦਿੰਦੇ ਸੀ, ਕਦੇ ਇਹ ਵੀ ਮੈਂ ਸਾਰਾ ਅਖਬਾਰਾਂ ਦੇ ਵਿੱਚ ਪੜ੍ਹਿਆ ਸੀਗਾ ਉਸ ਟਾਈਮ। ਅਤੇ ਅਖਬਾਰਾਂ 'ਚ ਆਇਆ ਕਾਫੀ, ਉਹਨਾਂ ਦਾ ਰਿਕਾਰਡ ਦੇ ਵਿੱਚ ਹੋਇਆ ਵੀ ਮਤਲਬ ਇਹ ਆਪਸ ਵਿੱਚ ਉਹਦੀ ਡੈੱਡ ਬੋਡੀ ਕਰਕੇ ਵੀ ਸਾਡੇ ਗਲ ਪਾਉਂਦੇ ਆ, ਕਿਉਂਕਿ ਕੋਈ ਡੈੱਡ ਬੋਡੀ ਬਿਨਾਂ ਉਹ ਤੋਂ ਜਾਵੇ ਤਾਂ ਕੋਈ ਜੇ ਪਿੱਛਾ ਕਰਦਾ ਪਰਿਵਾਰ ਦਾ ਕੋਈ ਜੀ, ਕਿਉਂਕਿ ਬਹੁਤ ਲੋਕਾਂ ਦੇ ਤਾਂ ਜੀ ਪਰਿਵਾਰਾਂ ਦੇ ਮਾਰੇ ਦਿੰਦੇ ਸੀਗੇ, ਉਹ ਪਿੱਛਾ ਕਰਨ ਜੋਗਾ ਰਹਿੰਦਾ ਹੀ ਨਹੀਂ ਸੀ ਹੈਗਾ। ਪਰ ਤੁਹਾਨੂੰ ਸਜ਼ਾ ਕਿੰਨੀ ਹੋਈ ਸੀ ਇਸ ਸਾਰੇ ਮਾਮਲੇ 'ਚ? ਤੁਸੀਂ ਕਦੋਂ ਬਰੀ ਹੋ ਕੇ ਬਾਹਰ ਆਏ? ਫਿਰ ਮੇਰੇ 'ਤੇ ਇੱਕ ਕੇਸ ਇਹਨਾਂ ਨੇ 302 ਦਾ ਅਤੇ ਟਾਡਾ ਦਾ ਦਿੱਲੀ ਦਾ ਪਿਆ ਸੀ ਮੇਰੇ 'ਤੇ। RP ਗੁਪਤਾ ਫੁੱਲਾਂ ਵਾਲਾ, ਉਹਨੇ 1984 ਦੇ ਦੰਗੇ ਕਰੇ ਸੀਗੇ, 1984 ਦੇ ਵਿੱਚ ਕਤਲੇਆਮ ਕਰਿਆ ਸੀ। ਉਹਦਾ ਮੇਰਾ ਕੇਸ ਚੱਲਿਆ ਜੀ 8 ਸਾਲ। 8 ਸਾਲ ਤੋਂ ਬਾਅਦ ਮਾਨਯੋਗ ਪਟਿਆਲਾ ਹਾਊਸ ਅਦਾਲਤ ਜਿਹੜੀ ਦਿੱਲੀ ਦੀ, ਉਹਨਾਂ ਨੇ ਉੱਥੇ 'ਤੇ ਮੈਨੂੰ ਬਰੀ ਕਰਤਾ ਸੀ। ਹਾਂਜੀ, ਫਿਰ ਮੈਂ 8 ਸਾਲ ਦੇ ਬਾਅਦ 3 ਜੂਨ 1999 ਨੂੰ ਮੈਂ
ਰਿਹਾ ਹੋਇਆ ਤਿਹਾੜ ਜੇਲ੍ਹ ਤੋਂ। ਮੈਂ ਪਹਿਲਾਂ ਨਾਭਾ ਜੇਲ੍ਹ ਰਿਹਾ ਸਾਲ ਦੇ ਲਗਭਗ, ਨਾਭਾ ਜੇਲ੍ਹ ਸਾਲ ਤੇ ਥੋੜ੍ਹਾ ਬਹੁਤਾ ਜ਼ਿਆਦਾ, ਅਤੇ ਉਸ ਤੋਂ ਨਾਭਾ ਜੇਲ੍ਹ ਤੋਂ ਬਾਅਦ ਮੇਰੀਆਂ ਲੱਤਾਂ ਦਾ ਇਲਾਜ ਵਾਸਤੇ ਰਜਿੰਦਰਾ ਹਸਪਤਾਲ ਵੀ ਆਉਂਦੇ ਰਹੇ ਆ, ਮੈਨੂੰ ਐਡਮਿਟ ਵੀ ਕਰਵਾਇਆ ਇਹਨਾਂ ਨੇ। ਫਿਰ ਮੈਨੂੰ ਜਦੋਂ ਉਹ ਲੈ ਗਏ ਅਗਸਤ 1992 'ਚ, ਫਿਰ ਤਿਹਾੜ ਜੇਲ੍ਹ 'ਚ ਜਾ ਕੇ ਉੱਥੇ ਵੀ ਮੇਰਾ ਲੱਤਾਂ ਵਾਸਤੇ DDU ਹਸਪਤਾਲ ਇਲਾਜ ਚੱਲਦਾ ਰਿਹਾ ਮੇਰਾ। ਫਿਰ ਲਗਾਤਾਰ ਮਤਲਬ ਮੈਂ 4 ਮਈ 1991 ਤੋਂ ਲੈ ਕੇ 3 ਜੂਨ 1999 ਤੱਕ ਮੈਂ ਲਗਾਤਾਰ ਜੇਲ੍ਹ ਵਿੱਚ ਰਿਹਾ। ਜ਼ਿਆਦਾਤਰ ਤਿਹਾੜ ਜੇਲ੍ਹ ਦਿੱਲੀ 'ਚ ਰਿਹਾ ਅਤੇ ਇੱਥੇ ਸਿਕਿਉਰਿਟੀ ਜੇਲ੍ਹ ਨਾਭਾ 'ਚ ਵੀ ਰਿਹਾ। ਹੁਣ ਤੁਹਾਡੇ ਸਾਰੇ ਕੇਸ ਖਤਮ ਹੋ ਚੁੱਕੇ ਨੇ? ਹਾਂਜੀ, ਜਦੋਂ ਮੈਂ ਬਰੀ ਹੋਇਆ ਉੱਥੇ ਅਤੇ ਉਹ ਕੇਸ ਖਤਮ ਹੋ ਗਏ ਸੀਗੇ। ਬਰੀ ਹੋਣ ਤੋਂ ਬਾਅਦ ਕਦੇ ਸੁਮੇਧ ਸੈਣੀ ਨੇ ਤੰਗ ਨਹੀਂ ਕੀਤਾ ਤੁਹਾਨੂੰ, ਕਿਉਂਕਿ ਉਹ ਪੰਜਾਬ ਦੇ DGP ਵੀ ਰਹੇ ਨੇ? ਨਹੀਂ, ਮੈਨੂੰ ਦੇਖੋ ਬਾਅਦ ਵਿੱਚ ਕਿਸੇ ਨੇ ਤੰਗ ਨਹੀਂ ਕਰਿਆ। ਜਦੋਂ ਮੈਂ ਜੇਲ੍ਹ 'ਚੋਂ ਛੁੱਟ ਕੇ ਆ ਗਿਆ, ਪਹਿਲਾਂ ਮੈਨੂੰ ਇੱਥੇ ਹਰਜਿੰਦਰ ਸਿੰਘ ਸੀ SHO ਸਿਟੀ, ਉਹਨੇ ਮੈਨੂੰ ਬੁਲਾਇਆ ਤਾਂ ਮੈਂ ਉਹਨਾਂ ਨੂੰ ਇੱਥੇ ਮੇਰੇ ਜ਼ਿਲ੍ਹਾ ਜਥੇਦਾਰ ਸਿਮਰਨਜੀਤ ਸਿੰਘ ਮਾਨ ਗਰੁੱਪ ਦੇ ਅੰਮ੍ਰਿਤਸਰ ਅਕਾਲੀ ਦਲ ਦੇ ਸਰਦਾਰ ਭਾਗ ਸਿੰਘ ਜਥੇਦਾਰ ਸੀਗਾ, ਉਹਨੂੰ ਮੈਂ ਲੈ ਗਿਆ ਸੀ ਨਾਲ। ਉਹਨਾਂ ਨੇ ਕਿਹਾ ਵੀ ਇਹ ਸਾਡੀ ਪਾਰਟੀ ਦੇ ਵਿੱਚ ਕੰਮ ਕਰੂੰਗਾ ਅਤੇ ਬਈ ਇਹਨੂੰ ਤੰਗ ਨਹੀਂ ਕਰਨਾ। ਫਿਰ ਮੈਨੂੰ SP ਜਗਦੀਸ਼ ਸਿੰਘ ਕਾਹਲੋਂ ਸੀ ਇੱਥੇ, ਮੈਨੂੰ ਉਹਨਾਂ ਨੂੰ ਮਿਲਾਤਾ ਨੇ ਹਰਜਿੰਦਰ ਸਿੰਘ ਨੇ, ਤਾਂ ਮੈਂ ਕਾਹਲੋਂ ਨੂੰ ਵੀ ਇਹੀ ਕਿਹਾ ਵੀ ਮੈਂ ਸਿਆਸੀ ਤੌਰ 'ਤੇ ਵਿਚਰਨਾ, ਵੀ ਮੈਨੂੰ ਤੰਗ ਨਾ ਕਰਿਓ ਅਤੇ ਜੋ ਕੁਝ ਪੁੱਛਣਾ ਹੈ ਉਹ ਬੇਸ਼ੱਕ ਪੁੱਛ ਲਓ। ਤੁਸੀਂ ਹੁਣ ਤੱਕ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਦੇ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ? ਕਿਉਂਕਿ ਹੁਣ ਤਾਂ ਉਹਨਾਂ ਦਾ ਮਾਮਲਾ ਸਾਰੇ ਗਵਾਹ ਸਾਹਮਣੇ ਆਉਂਦੇ, ਤੁਸੀਂ ਨਹੀਂ ਗਵਾਹ ਬਣੇ ਕਿਤੇ ਜਾ ਕੇ? ਦੇਖੋ ਇਹ ਕੇਸ ਸੀ ਜਿਹੜਾ ਨਾ, ਇਹ ਹੁਣ ਜਿਹੜੇ ਬੰਦੇ ਫੇਕ ਐਨਕਾਊਂਟਰ ਦੇ 'ਚ ਕਰੇ ਸੀ, ਕਿਉਂਕਿ ਮੈਂ ਤਾਂ ਲਗਾਤਾਰ ਜੇਲ੍ਹ 'ਚ ਰਿਹਾ। 19 ਸਾਲ ਦੀ ਉਮਰ ਤੋਂ ਲੈ ਕੇ ਮੈਂ 8 ਸਾਲ ਜੇਲ੍ਹ 'ਚ ਰਿਹਾ ਅਤੇ ਪੜ੍ਹਦੇ ਸੰਘਰਸ਼ ਦਾ ਹਿੱਸਾ ਬਣ ਗਏ ਸੀਗੇ। ਅਤੇ ਇਹ ਉਹਨਾਂ ਦੇ ਘਰ ਦੇ ਸੀ ਜਿਹੜੇ ਨਾ, ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹ ਕੋਈ ਪਟੀਸ਼ਨ ਦਾਖਲ ਕਰਦੇ। ਉਹ ਜੇ ਮੈਨੂੰ ਗਵਾਹ ਬਣਾਉਣ ਦੇ ਰੂਪ ਉਦੋਂ ਬਣਾਉਂਦੇ, ਮੈਂ ਉਦੋਂ ਵੀ ਗਵਾਹੀ ਦੇ ਦੇਣੀ ਸੀ। ਮੈਂ ਅੱਜ ਵੀ ਕਹਿੰਦਾ ਹੈ ਵੀ ਜੇ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਕੋਈ ਕੇਸ ਹੈ ਇੱਦਾਂ ਲਾ ਕੇ ਕੋਈ ਜਾਂਚ ਕਰਵਾਉਂਦੇ ਆ, ਉਹ ਚਾਹੇ ਪਰ ਜਾਂਚ ਉੱਚ ਪੱਧਰੀ ਹੋਵੇ, ਜਿਹਦੇ ਵਿੱਚ ਸਿੱਟ ਵੀ ਹੋ ਸਕਦੀ ਆ ਅਤੇ CBI ਵੀ ਹੋ ਸਕਦੀ ਆ, ਜਾਂ ਕੋਈ ਜੱਜਾਂ ਦੇ ਆਧਾਰਿਤ ਮਾਨਯੋਗ ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ, ਕੋਈ ਵੀ ਜੱਜ, ਉਹ ਜੇ ਕੋਈ ਕਮਿਸ਼ਨ ਐਸਾ ਹੋਵੇ ਤਾਂ ਮੈਂ ਗਵਾਹੀ ਮੈਂ ਕੀ ਮੇਰੇ ਨਾਲ ਹੋਰ ਵੀ ਸੀ। ਭਾਈ ਗੁਰਮੀਤ ਸਿੰਘ ਜਿਹੜਾ ਦਿੱਲੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਚਾਵਲਾ ਦਾ ਪ੍ਰਧਾਨ ਸੀ, ਉਹ ਸਾਡੇ ਨਾਲ ਰਿਹਾ। ਬੀਬੀ ਨਿਰਪ੍ਰੀਤ ਕੌਰ ਜਿਹੜੀ ਰੋਸ਼ਨ ਲਾਲ ਬਰਾਗੀ ਇੱਕ ਉੱਘਾ ਖਾੜਕੂ ਸਿੱਖ ਖਾੜਕੂ ਹੋਇਆ, ਉਹਦੀ ਘਰ ਵਾਲੀ, ਉਹ ਵੀ ਸਾਡੇ ਨਾਲ ਰਹੀ ਆ ਉਸ ਤਸ਼ੱਦਦ ਦੇ ਦੌਰਾਨ। ਜਦੋਂ ਰਾਜੇ ਨਾਲ ਵੀ ਤਸ਼ੱਦਦ ਹੋਇਆ, ਸਾਡੇ ਨਾਲ ਵੀ ਹੋਇਆ, ਮਤਲਬ ਉਹ ਰਹੀ ਆ। ਫਿਰ ਅਮਰਜੀਤ ਸਿੰਘ ਇੱਕ ਬਹਾਦਰਪੁਰ ਤੋਂ ਸੀ, ਉਹ ਜਿਹੜਾ ਦਿੱਲੀ ਤੋਂ ਰਾਜੇ ਦੇ ਨਾਲ, ਉਹਨੂੰ ਵੀ ਫੜਿਆ ਸੀ। ਇੱਕ ਮੁੰਡਾ ਹੋਰ ਬਿੱਟੂ ਇੱਥੇ ਫੂਲ ਖੁਰਦ ਪਿੰਡ ਆ ਉੱਥੇ ਦਾ ਸੀਗਾ। ਇਹ ਸਾਰੇ ਹੀ ਗਵਾਹੀਆਂ ਦੇ ਦੇਣਗੇ। ਗਵਾਹੀ ਤਾਂ ਜਦੋਂ DGP ਸੀਗਾ ਉਦੋਂ ਉਹਦੇ ਹੱਥ ਵਿੱਚ ਸਿਸਟਮ ਸੀ, ਕੋਈ ਵੀ ਨਹੀਂ ਸੀ ਬੋਲਦਾ। ਬੋਸ ਦੇ ਪਰਿਵਾਰ ਨੇ ਅੱਗੇ ਆ ਕੇ, ਜਾਂ ਹੋਰ ਜਿੰਨਾ ਸਾਰਿਆਂ ਦੇ ਐਨਕਾਊਂਟਰ ਹੋਏ ਨੇ, ਕਿਸੇ ਦੇ ਪਰਿਵਾਰ ਨੇ ਅੱਗੇ ਆ ਕੇ ਹੁਣ ਤੱਕ ਕੋਈ ਕੋਸ਼ਿਸ਼ ਨਹੀਂ ਕੀਤੀ? ਬੋਸ ਦੇ ਪਰਿਵਾਰ ਨੂੰ ਮੈਂ ਨਹੀਂ ਕਦੇ ਮਿਲਿਆ, ਅਤੇ ਉਹਦੇ ਪਰਿਵਾਰ ਦੇ ਵਿੱਚ ਕੌਣ ਆ ਮੈਨੂੰ ਕੁਛ ਨਹੀਂ ਪਤਾ। ਲੇਕਿਨ ਜਿਹੜਾ ਗੁਰਮੀਤ ਸਿੰਘ ਰੋਪੜ ਆ, ਉਹਦਾ ਭਰਾ, ਉਹਨੇ ਮੇਰੇ ਨਾਲ ਪਹਿਲਾਂ ਵੀ ਇੱਕ ਵਾਰ ਗੱਲ ਕਰੀ ਸੀ ਵੀ ਇੱਦਾਂ ਕਰਕੇ ਪਿੰਕੀ ਨੇ ਵੀ ਕਿਹਾ ਬਈ ਤੂੰ ਜੇ ਮੈਂ ਪਟੀਸ਼ਨ ਪਾਵਾਂ। ਮੈਂ ਕਿਹਾ ਪਾ ਲਾ। ਜਦੋਂ ਉਸ ਟਾਈਮ DGP ਸੀਗਾ ਇਹ ਸੁਮੇਧ ਸੈਣੀ, ਮੈਂ ਤਾਂ ਖੈਰ ਉਸ ਟਾਈਮ ਵੀ ਗਵਾਹੀ ਦੇ ਦੇਣੀ ਸੀ, ਕੋਈ ਗੱਲ ਨਹੀਂ ਹੈ। ਦੇਖੋ ਜ਼ਿੰਦਗੀ ਆ, ਪਰਮਾਤਮਾ ਨੇ ਬਖਸ਼ੀ ਹੋਈ ਆ, ਪਰਮਾਤਮਾ ਨੇ ਲੈਣੀ ਹੁੰਦੀ ਆ। ਇਹੋ ਜਿਹੇ ਟਾਈਮ ਦੇ ਵਿੱਚ ਸਾਡੀ ਜ਼ਿੰਦਗੀ ਬਖਸ਼ੀ ਆ, ਉਹ ਵੀ ਪਰਮਾਤਮਾ ਨੇ ਬਖਸ਼ੀ ਆ, ਅਤੇ ਜੇ ਅੱਜ ਲੈਣੀ ਆ ਕਿਸੇ ਦੀ ਤਾਂ ਖੜੇ ਦੇ 1 ਸਕਿੰਟ 'ਚ ਮੌਤ ਆ ਸਕਦੀ ਆ। ਹਾਂ, ਉਸ ਟਾਈਮ ਵੀ ਜੇ ਉਹ ਲਾਉਂਦਾ ਕਿਤੇ, ਤਾਂ ਜੇ ਕੋਈ ਸਿੱਟ ਬੈਠਦੀ ਜਾਂ CBI ਦੀ ਇਨਕੁਆਇਰੀ ਹੁੰਦੀ, ਤਾਂ ਮੈਂ ਉਸ ਟਾਈਮ ਵੀ ਗਵਾਹੀ ਦੇ ਦੇਣੀ ਸੀ। ਮੁਲਤਾਨੀ ਕੇਸ ਦੇ ਵਿੱਚ ਹੁਣ ਇਹ ਮਾਮਲਾ ਪ੍ਰਦੀਪ ਸਿੰਘ ਵਿਰਕ ਦੇ ਕੋਲ ਹੈ, ਹੋਰ ਵੀ ਵਕੀਲ ਜਿਹੜੇ ਨੇ ਉਹ ਮਾਮਲੇ ਸਾਹਮਣੇ ਲੈ ਕੇ ਆ ਰਹੇ। ਤੁਸੀਂ ਉਹਨਾਂ ਤੱਕ ਨਹੀਂ ਪਹੁੰਚ ਕੀਤੀ ਕਿ ਜੇ ਤੁਹਾਡੇ ਤੱਕ ਕੋਈ ਪਹੁੰਚਦਾ, ਜਾਂ ਮੈਨੂੰ ਕੋਈ ਜੇ ਕਿਸੇ ਕੇਸ 'ਚ ਗਵਾਹੀ ਮੇਰੀ ਜ਼ਰੂਰਤ ਹੈ ਤਾਂ ਮੈਂ ਉੱਥੇ ਪਹੁੰਚਾਂ? ਦੇਖੋ ਹੋਰ ਕਿਸੇ ਕੇਸਾਂ 'ਚ ਤਾਂ ਮੈਂ ਗਵਾਹ ਬਣ ਨਹੀਂ ਸਕਦਾ, ਕਿਉਂਕਿ ਮੇਰਾ ਤਾਂ ਜੋ ਮੇਰੇ ਪਿੰਡੇ 'ਤੇ ਹੰਢਿਆ, ਜਾਂ ਮੇਰੇ ਸਾਥੀ ਜਿਹੜੇ ਆ ਉਹਨਾਂ ਨੇ ਨਜਾਇਜ਼ ਬਿਨਾਂ ਹਥਿਆਰਾਂ ਤੋਂ, ਦੋਵੇਂ ਸੀਗੇ
ਭਾਈ ਬਲਦੇਵ ਸਿੰਘ ਭੱਖੂ ਮਾਜਰਾ ਤੇ ਗੁਰਮੀਤ ਸਿੰਘ, ਉਹ ਇੱਦਾਂ ਹੀ ਕਤਲ ਕਰਤੇ, ਜਦ ਕਿ ਉਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕਰਦੇ, ਅਦਾਲਤਾਂ ਜੋ ਸਜ਼ਾ ਦਿੰਦੀਆਂ। ਭੱਖੂ ਮਾਜਰਾ ਦਾ ਪਰਿਵਾਰ ਨਹੀਂ ਅੱਗੇ? ਭੱਖੂ ਮਾਜਰਾ ਦਾ ਪਰਿਵਾਰ ਵੀ ਕਦੇ ਕੋਈ ਮਿਲਿਆ ਨਹੀਂ ਹੈ। ਅਤੇ ਫਿਰ ਜਿਹੜਾ ਪਰਮਿੰਦਰ ਸਿੰਘ ਰਾਜਾ ਸੀ, ਇਹਨੂੰ ਵੀ ਜੇ ਫੜ ਲਿਆ ਸੀ, ਉਸ ਤੋਂ ਬਾਅਦ ਇਹਨੂੰ ਪੇਸ਼ ਕਰਿਆ ਜਾਂਦਾ, ਇਹਨੂੰ ਵੀ ਉਹ ਕਰਤਾ। ਇਹ ਸਾਡੇ ਇਸ ਚੀਜ਼ ਦੇ ਵਿੱਚ ਅਸੀਂ ਖੁਦ ਗਵਾਹ ਹੈ, ਕਿਉਂਕਿ ਸਾਡੇ ਪਿੰਡੇ ਤੇ ਹੰਡਿਆ। ਉਹ ਮੇਰੇ ਦੋਸਤ ਵੀ ਸੀਗੇ, ਨਾਲ ਦੇ ਸਾਥੀ ਸੀਗੇ, ਔਰ ਨਾਲੇ ਫੜੇ ਆ, ਨਾਲੇ ਤਸ਼ੱਦਦ ਕਰਕੇ ਮਾਰੇ ਵੀ ਆ ਉਹ ਇਹਨਾਂ ਨੇ। ਰਵਿੰਦਰ ਸਿੰਘ, ਤੁਸੀਂ ਇੰਨਾ ਦੌਰ ਦੇਖਿਆ ਸਾਰਾ, ਜੇਲ੍ਹਾਂ ਵੀ ਕੱਟ ਲਈਆਂ, ਉਸ ਤੋਂ ਬਾਅਦ ਆ ਕੇ ਕਦੇ ਜੇਲ੍ਹ ਤੋਂ ਬਾਹਰ ਆ ਕੇ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਫਿਰ ਕੋਈ ਸਿੱਖ ਜਥੇਬੰਦੀਆਂ ਚਲਾ ਕੇ, ਕੋਈ ਇਹੋ ਜਿਹੀ ਜਥੇਬੰਦੀ ਚਲਾ ਕੇ ਸੰਘਰਸ਼ ਵਿੱਚ ਹੋਰ ਅੱਗੇ ਇਹਨੂੰ ਅੱਗੇ ਲੈ ਕੇ ਜਾਈਏ? ਦੇਖੋ, ਖਾੜਕੂ ਸੰਘਰਸ਼ ਕਦੇ ਕਦੇ ਜ਼ਿੰਦਗੀ ਦੇ ਵਿੱਚ ਉੱਠਦੇ ਹੁੰਦੇ ਆ। ਨਹੀਂ, ਖਾੜਕੂ ਸੰਘਰਸ਼ ਨਹੀਂ, ਸਿੱਖ ਕੌਮ ਦੇ ਲਈ, ਪੰਥ ਦੇ ਲਈ ਅਸੀਂ ਕੋਈ ਆਵਾਜ਼ ਚੁੱਕੀਏ, ਕੋਈ ਅੱਗੇ ਆਈਏ। ਕੌਮ ਫਟੀ ਹੋਈ ਆ ਬਹੁਤ ਬੁਰੀ ਤਰ੍ਹਾਂ। ਕੌਮ ਦੇ ਆਗੂ ਸਾਡੇ, ਮੈਂ ਇਹ ਸਮਝਦਾ, ਦੇਖੋ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ 10 ਗੁਰੂਆਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਿਧਾਂਤ ਦਿੱਤਾ ਸੀ, ਇੱਕ ਉਹ ਸਮਾਜਵਾਦੀ ਸਿਧਾਂਤ ਸੀ ਜਿਹਦੇ 'ਚ ਊਚ ਨੀਚ ਸਾਰੀ ਬਰਾਬਰਤਾ ਸੀ। ਅਤੇ ਉਹ ਜਿਹੜਾ ਸਿੱਖ ਰਾਜਨੀਤੀ ਅੱਜ ਦੇ ਦੌਰ ਵਿੱਚ ਆ, ਉਹ ਪੈਸਾ ਪ੍ਰਧਾਨ ਸਮਾਜ ਦੇ ਚੱਲ ਰਹੀ ਆ। ਹਰ ਬੰਦਾ ਹੰਕਾਰੀ ਹੋ ਗਿਆ, ਉਹ ਕਹਿੰਦਾ ਮੇਰੇ ਝੰਡੇ ਥੱਲੇ ਆ ਜਾਓ, ਦੂਸਰਾ ਕਹਿੰਦਾ ਮੇਰੇ ਝੰਡੇ ਥੱਲੇ ਆ ਜਾਓ। ਜਥੇਬੰਦੀਆਂ ਬਹੁਤ ਬਣ ਚੁੱਕੀਆਂ, ਕੋਈ ਕਿਸੇ ਦੇ ਨਾਲ ਤੁਰ ਕੇ ਰਾਜੀ ਨਹੀਂ ਹੈਗਾ। ਸੋ ਇਸ ਕਰਕੇ ਇਹ ਲੱਗਦਾ ਵੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ, ਉਹਨਾਂ ਨੂੰ ਹੀ ਜਿਹੜਾ ਸੰਘਰਸ਼ ਦਾ ਆਪਣੇ ਜੋ ਸਾਡੇ ਨਿਸ਼ਾਨੇ ਆ, ਉਹੀ ਨਿਸ਼ਾਨੇ ਤੋਂ ਥਿੜਕ ਚੁੱਕੇ ਆ। ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਮੁੱਦਾ ਤੁਸੀਂ ਸੁਣਿਆ ਹੀ ਹੋਣਾ ਕਿ ਕਿਸ ਤਰ੍ਹਾਂ ਜਿਹੜਾ ਜਥੇਦਾਰ ਸਾਹਿਬ ਦੇ ਬਿਆਨ ਸਾਹਮਣੇ ਆ ਰਹੇ ਨੇ। ਢੱਡਰੀਆਂ ਵਾਲੇ ਕਹਿ ਰਹੇ ਨੇ ਕਿ ਮੈਂ ਅਕਾਲ ਤਖਤ ਤੇ ਜਾਵਾਂਗਾ, ਪਰ ਮੈਂ ਜਥੇਦਾਰ ਦੇ ਅੱਗੇ ਪੇਸ਼ ਨਹੀਂ ਹੋਣਾ। ਇਹਨੂੰ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਤੁਹਾਡੀ ਸੋਚ ਕੀ ਕਹਿੰਦੇ, ਕਿਉਂਕਿ ਤੁਸੀਂ ਉਸ ਵੇਲੇ ਸਿੱਖ ਸੰਘਰਸ਼ 'ਚ ਰਹੇ ਹੋ। ਅੱਜ ਵੀ ਕਿਤੇ ਨਾ ਕਿਤੇ ਚੀਜ਼ ਤਾਂ ਪੈਂਦੀ ਹੋਣੀ ਕਿ ਪੰਥ ਦੇ ਵਿੱਚ ਕੀ ਕੁਝ ਹੋ ਰਿਹਾ। ਦੇਖੋ, ਢੱਡਰੀਆਂ ਵਾਲੇ ਜਿਹੜੇ ਆ, ਉਹ ਵੀ ਸਤਿਕਾਰਤ ਸ਼ਖਸੀਅਤ ਇੱਥੇ ਹੈਗੀ ਆ, ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪ੍ਰਚਾਰ ਕਰਦੇ ਆ। ਸਿੱਖ ਸੰਸਥਾ ਦਾ ਇੱਕ ਮੁੱਢ ਜਿਹੜਾ ਹੈ, ਉਹ ਸ਼ੁਰੂ ਤੋਂ ਹੀ ਅਕਾਲ ਤਖਤ ਸਾਹਿਬ ਆ। ਹਾਂ, ਉਸ ਜਗ੍ਹਾ ਦੇ ਜਿਹੜੇ ਜਥੇਦਾਰ ਆ, ਵਿੱਚ ਨੂੰ ਕਈ ਕਮਜ਼ੋਰ ਜਥੇਦਾਰ ਆਏ ਆ, ਜਿਹੜੇ ਸਰਕਾਰਾਂ ਦੇ ਨਿਭ ਕੇ ਚੱਲਦੇ ਰਹੇ ਆ। ਲੇਕਿਨ ਐਜ਼ ਏ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੌਮ ਨੂੰ ਬੁਲੰਦੀਆਂ 'ਤੇ ਲਿਜਾਣਾ, ਨਾ ਕਿ ਆਪਣੀ ਕੌਮ ਦਾ ਆਪ ਭੰਡ ਕਰਨਾ। ਜੇ ਕਿਸੇ ਗ੍ਰੰਥ ਦੇ ਵਿੱਚ ਕੋਈ ਚੀਜ਼ ਗਲਤ ਲਿਖ ਹੋ ਗਈ, ਜਾਂ ਕਿਉਂਕਿ ਲਿਖਣ ਵਾਲੇ ਇਤਿਹਾਸਕਾਰ ਹੁੰਦੇ ਆ, ਉਹਨਾਂ ਨੇ ਜੋ ਦੇਖਿਆ ਹੁੰਦਾ ਹੈ ਮੌਕੇ 'ਤੇ, ਉਹ ਲਿਖ ਦਿੰਦੇ ਆ। ਕਈ ਜਗ੍ਹਾ 'ਤੇ ਜਦੋਂ ਜਿਹੜੀ ਸਿੱਖ ਕੌਮ ਆ, ਇਹ ਲੜਾਈ ਲੜਨ ਵਾਲੀ ਕੌਮ ਰਹੀ ਆ। ਇਹ ਬਹੁਤ ਸਾਡਾ ਜਿਹੜਾ ਇਤਿਹਾਸ ਆ ਉਸ ਟਾਈਮ ਦਾ ਲਿਖਿਆ ਹੋਇਆ ਨਹੀਂ ਸਾਂਭਿਆ ਜਾ ਸਕਦਾ, ਕਿਉਂਕਿ ਅਸੀਂ ਖੁਦ ਲੜਾਈਆਂ ਦੇ ਵਿੱਚ ਰਹੇ ਆ, ਸ਼ਾਮਲ ਰਹੇ ਆ ਕੌਮ ਦੀਆਂ ਦੇ ਵਿੱਚ। ਸਾਨੂੰ ਪਤਾ ਹੈ ਬਹੁਤ ਇਹੋ ਜਿਹੀਆਂ ਚੀਜ਼ਾਂ ਹੈ। ਭਾਈ ਮਾਨੋ ਚਾਹਲ ਨੇ ਬਹੁਤ ਵਧੀਆ ਪੋਇਟਰੀ ਲਿਖੀ ਸੀ, ਕਵਿਤਾਵਾਂ ਲਿਖੀਆਂ ਸੀਗੀਆਂ। ਉਹ ਕਵਿਤਾਵਾਂ ਨੂੰ ਪੁਲਿਸ ਨੇ ਇੱਕ ਐਸਾ ਰੂਪ ਦੇ ਦਿੱਤਾ ਕਿ ਉਹਨੂੰ ਇੱਕ ਆਸ਼ਕ ਨੂੰ ਲਿਖੀ ਹੋਈ, ਮਤਲਬ ਆਸ਼ਕ ਮਸ਼ੂਕ ਦੀ ਗੱਲ ਬਣਾ ਦਿੱਤੀ। ਜਦ ਕਿ ਬਾਬਾ ਮਾਨੋ ਚਾਹਲ ਨੇ ਜਿਹੜੀ ਉਹ ਪਰਮਾਤਮਾ ਨੂੰ, ਜਿੱਦਾਂ ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਆਪਣੇ ਗੁਰੂ ਸਾਹਿਬਾਨ ਨੇ ਕਈ ਜਗ੍ਹਾ 'ਤੇ ਬਹੁਤ ਔਰਤ ਦਾ, ਆਪਣੇ ਆਪ ਨੂੰ ਔਰਤ ਸਮਝ ਕੇ ਪਰਮਾਤਮਾ ਨੂੰ ਪਤੀ ਦਾ ਰੂਪ ਦਿੱਤਾ ਹੋਇਆ। ਸੋ ਭਾਈ ਢੱਡਰੀਆਂ ਵਾਲੇ ਆ ਜਿਹੜੇ ਨਾ, ਇਹ ਵੀ ਮੈਨੂੰ ਇਹ ਲੱਗਦਾ ਵੀ ਇਹ ਜਾਂ ਤਾਂ ਹੰਕਾਰ ਦੇ ਵਿੱਚ ਆ ਗਏ, ਜਾਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਮੇਰੇ ਤੋਂ ਇਲਾਵਾ ਕੋਈ ਪ੍ਰਚਾਰਕ ਨਹੀਂ ਹੈਗਾ। ਸਿੱਖੀ ਦਾ ਪ੍ਰਚਾਰ ਭਾਈ ਢੱਡਰੀਆਂ ਵਾਲਿਆਂ ਨੂੰ, ਜੇ ਉਹ ਸੋਚਣ ਵੀ ਸਿੱਖ ਕੌਮ ਨੂੰ ਅਸੀਂ ਬੁਲੰਦੀਆਂ 'ਤੇ ਲਿਜਾਣਾ, ਸਿੱਖ ਕੌਮ ਵਿੱਚ ਏਕਾ ਕਰਨਾ, ਫਿਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਆ, ਜਿੱਦਾਂ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵੀ ਹੈਗਾ, ਬਾਬਾ ਬੰਤਾ ਸਿੰਘ ਵੀ ਹੈਗਾ, ਬੜੇ ਕਥਾਕਾਰ ਆ। ਤੁਸੀਂ ਦਸਮ ਗ੍ਰੰਥ ਵਿੱਚ ਜੇ ਉਹਨਾਂ ਨੂੰ ਲੱਗਦਾ ਹੈ ਵੀ ਕੁਛ ਊਣਤਾਈਆਂ ਹੈਗੀਆਂ, ਉਹ ਤਾਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੋਂ ਇੱਕ ਹੋ ਗਿਆ ਸੀ
ਬਈ ਇਹ ਚੀਜ਼ਾਂ ਰਾਗਮਾਲਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆ ਉਹ ਅਕਾਲ ਤਖਤ ਸਾਹਿਬ 'ਤੇ ਪੜ੍ਹੀ ਜਾਂਦੀ ਆ ਅਤੇ ਦਰਬਾਰ ਸਾਹਿਬ 'ਚ ਨਹੀਂ ਪੜ੍ਹੀ ਜਾਂਦੀ। ਜੇ ਅਸੀਂ ਵੈਸੇ ਹੀ ਰੌਲਾ ਬਣਾਈਏ ਇਸ ਚੀਜ਼ ਦਾ, ਉਹ ਵੀ ਮਾੜੀ ਗੱਲ ਆ। ਗੁਰਬਾਣੀ ਤਾਂ ਮੂਲ ਮੰਤਰ ਪੜ੍ਹ ਲਓ ਤੁਸੀਂ, ਮੂਲ ਮੰਤਰ ਦਾ ਜਾਪ ਕਰ ਲਓ 2 ਘੰਟੇ, ਉਹ ਵੀ ਤੁਹਾਡੇ ਵਾਸਤੇ ਬਹੁਤ ਸਹਾਇਕ ਹੋਣਾ ਹੈ। ਜੇ ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ, ਉਹ ਵੀ ਸਹਾਇਕ ਹੋਣਾ। ਗੱਲ ਤਾਂ ਇਹ ਆ ਵੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਆਪਣਾ ਹਉਮਾ ਹੰਕਾਰ ਛੱਡ ਕੇ ਉਹਨਾਂ ਨੂੰ ਆਪਣੀ ਇੱਕ ਨਵਾਣੇ ਸਿੱਖ ਦੇ ਤੌਰ 'ਤੇ ਆਪਣੇ ਜਿਹੜੇ ਵਿਚਾਰਧਾਰਾ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਇੱਕ ਕਮੇਟੀ ਬਣਾਓ। ਉਸ ਕਮੇਟੀ ਦੇ ਵਿੱਚ ਆਪਣੇ ਆਪਣੇ ਜੋ ਉਹਨਾਂ ਨੂੰ ਲੱਗ ਰਿਹਾ ਕਮੀਆਂ ਗ੍ਰੰਥਾਂ ਦੀਆਂ, ਜਾਂ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਾਡਾ ਆਹ ਚੀਜ਼ ਆ ਜਿਹੜੀ ਇਹ ਹੋਣ ਨਾਲ ਨੁਕਸਾਨ ਹੁੰਦਾ ਕੌਮ ਦਾ, ਉਹ ਉੱਥੇ ਰੱਖਣੀ ਚਾਹੀਦੀ ਹੈ। ਔਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇਹਨੂੰ ਤੁਸੀਂ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾਓ, ਇਤਿਹਾਸਕਾਰ ਪੜਚੋਲ ਕਰਨ। ਇਤਿਹਾਸਕਾਰ ਜਦੋਂ ਪੜਚੋਲ ਕਰਨਗੇ ਉਹਦੇ 'ਚ ਆਪਣੇ ਇਤਿਹਾਸਕਾਰ ਜਿਹੜੇ ਦੇਖੋ ਉਹਨਾਂ ਦੇ ਵੀ ਫੋਲੋਅਰਸ ਬਹੁਤ ਆ, ਉਹ ਫੋਲੋਅਰਸ ਦੇ ਵਿੱਚ ਇਤਿਹਾਸਕਾਰ ਵੀ ਹੋਣਗੇ ਉਹਨਾਂ ਦੇ ਨਾਲ, ਵੀ ਉਹ ਇਤਿਹਾਸਕਾਰ ਪੜਚੋਲ ਕਰਨ। ਉਦੋਂ ਤੱਕ ਤੁਸੀਂ ਕੋਈ ਵੀ ਗੱਲ ਤੁਸੀਂ ਕਿਸੇ ਵੀ ਸਟੇਜ 'ਤੇ ਨਹੀਂ ਕਰਨੀ। ਉਹ ਭਾਈ ਰਣਜੀਤ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਦੇ ਆ। ਮੈਂ ਕਹਿੰਦਾ ਜਿੱਥੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ, ਉੱਥੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਜਿਵੇਂ ਸਾਡਾ ਜਿਹੜਾ ਵਿਸ਼ਵਾਸ ਆ, ਸ਼ਰਧਾ ਹੈ, ਉਹ ਸਿੱਖੀ ਦੇ ਵਿੱਚ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਉਹਨੂੰ ਲੋਕਾਂ ਨੂੰ ਜਿਹੜੇ ਹੋਰ ਸਿੱਖ ਆ, ਜਿਹੜੇ ਭਾਈ ਰਣਜੀਤ ਸਿੰਘ ਦੇ ਨਹੀਂ ਫੋਲੋਅਰਸ ਹੈਗੇ, ਉਹਨਾਂ ਦੇ ਦਿਲ ਪਰ ਬਹੁਤ ਠੇਸ ਲੱਗਦੀ ਆ। ਠੇਸ ਤਾਂ ਲੱਗਦੀ ਹੈ, ਪਰ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਲੈ ਕੇ ਉਹਨਾਂ ਦਾ ਸ਼ਿਕਵਾ ਹੈ ਕਿ ਤੁਸੀਂ ਸਾਡੇ ਵੱਲ ਨੂੰ ਆ ਜਾਂਦੇ ਹੋ। ਦਮਦਮੀ ਟਕਸਾਲ ਜੋ ਕੁਝ ਹੋਇਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਚੱਲ ਰਿਹਾ ਵਿਵਾਦ, ਉਹਦੇ 'ਤੇ ਕਿਉਂ ਨਹੀਂ ਕਰਦੇ? ਜਦੋਂ ਜਥੇਦਾਰਾਂ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ, ਉੱਥੇ ਕਿਉਂ ਨਹੀਂ ਚੱਲਦੇ? ਸ਼੍ਰੋਮਣੀ ਕਮੇਟੀ 'ਚ ਇੰਨਾ ਕੁਝ ਹੋ ਰਿਹਾ, ਉਧਰਲੇ ਪਾਸੇ ਕਿਉਂ ਨਹੀਂ ਜਾਂਦੇ? ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਉੱਥੇ ਢੱਡਰੀਆਂ ਵਾਲਾ ਸਹੀ ਹੈ ਜਾਂ ਗਲਤ ਹੈ? ਦੇਖੋ, ਜਿਹੜਾ ਉਹ ਕਹਿ ਰਹੇ ਆ ਦਮਦਮੀ ਟਕਸਾਲ ਨਾਲ ਉਹ ਨਿੱਜੀ ਦੁਸ਼ਮਣੀ ਨੂੰ ਕੌਮ ਦੇ ਵਿੱਚ ਨਾ ਲੈ ਕੇ ਉਹ ਕਰੇ। ਉਹ ਕੌਮ ਦਾ ਇੱਕ ਹਿੱਸਾ ਹੋ ਸਕਦਾ। ਭਾਈ ਢੰਡਰੀਆਂ ਵਾਲਾ ਵੀ ਇੱਕ ਹਿੱਸਾ ਹੈ ਕੌਮ ਦਾ, ਦਮਦਮੀ ਟਕਸਾਲ ਵੀ ਇੱਕ ਹਿੱਸਾ ਹੈ। ਉਹ ਆਪਣੀ ਜਗ੍ਹਾ ਪ੍ਰਚਾਰ ਕਰਦੀ ਆ। ਉਹ ਉਹਨਾਂ ਦੀ ਜਿਹੜੀ ਲੜਾਈ ਆ, ਉਹ ਇੱਕ ਮੂੰਹ ਦਾ ਜਵਾਨ ਦਾ ਰਸ, ਜਿੱਦਾਂ ਕਹਿੰਦੇ ਆ ਵੀ ਜਿੱਦਾਂ ਪਰਮਿੰਦਰ ਸਿੰਘ ਬੋਸ ਨੇ ਗਾਲ ਕੱਢਣ 'ਤੇ ਥੱਪੜ ਮਾਰਤਾ, ਉੱਦਾਂ ਹੀ ਜਿਹੜੀ ਆ ਗੋਲੀਬਾਰੀ ਇਹਨਾਂ ਦੀ ਹੋਈ ਆਪਸ ਵਿੱਚ। ਇਹਨਾਂ ਦੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਜਿਹੜਾ ਜੋ ਬੋਲਿਆ ਹੈ, ਉਹਦਾ ਇੱਕ ਇਹ ਨਹੀਂ ਕਿਹਾ ਜਾ ਸਕਦਾ ਭਾਈ ਬਾਬਾ ਹਰਨਾਮ ਸਿੰਘ ਧੁੰਮਾ ਨੇ ਉਹ ਕਤਲ ਕਰਵਾਇਆ। ਉਹ ਜਿਹੜੇ ਜਿੱਦਾਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਫੋਲੋਅਰਸ ਆ, ਜਾਂ ਕਿਸੇ ਹੋਰ ਦੇ ਫੋਲੋਅਰਸ ਆ, ਜਾਂ ਉਹਨਾਂ ਦੇ ਜਿਹੜੇ ਉੱਥੇ ਸਿੱਖਿਆ ਲੈਂਦੇ ਆ, ਜਿਹੜਾ ਖੂਨ ਗਰਮ ਹੁੰਦਾ ਹੈ, ਨਵਾਂ ਖੂਨ ਉਹ ਗਰਮ ਹੁੰਦਾ, ਕਈ ਵਾਰ ਉਹ ਨਹੀਂ ਬਰਦਾਸ਼ਤ ਕਰਦਾ। ਜਿੱਦਾਂ ਸੰਤ ਭਿੰਡਰਾਂ ਵਾਲਿਆਂ ਨੂੰ ਕੋਈ ਬੋਲਦਾ ਸੀਗਾ, ਉਹ ਸਿੱਖ ਨੌਜਵਾਨ ਨਹੀਂ ਬਰਦਾਸ਼ਤ ਕਰਦੇ ਸੀ। ਇਹੋ ਜਿਹੀ ਗੱਲ ਹੋਈ ਆ, ਲੇਕਿਨ ਉਹਨੂੰ ਸਾਰੀਆਂ ਗੱਲਾਂ ਨੂੰ ਭੁਲਾ ਕੇ, ਉਹ ਮੈਂ ਨਹੀਂ ਕਹਿੰਦਾ ਵੀ ਉਹ ਠੀਕ ਹੋਈ ਆ, ਉਹ ਗਲਤ ਗੱਲ ਆ। ਸਿੱਖ ਪ੍ਰਚਾਰਕਾਂ ਦੇ ਵਿੱਚ ਐਸੀ ਗੱਲ ਨਹੀਂ ਹੋਣੀ ਚਾਹੀਦੀ। ਲੇਕਿਨ ਫਿਰ ਵੀ ਅੱਜ ਵੀ ਸਾਂਭਣ ਦੀ ਲੋੜ ਆ। ਜਦੋਂ ਕਹਿੰਦੇ ਹੁੰਦੇ ਨਾ ਕੋਈ ਚੀਜ਼ਾਂ ਆਪਾਂ ਪੰਡ ਬੰਨ੍ਹ ਕੇ ਲੈ ਕੇ ਜਾਈਏ, ਉਹ ਪੰਡ ਜੇ ਖਿੰਡ ਜਾਵੇ ਤਾਂ ਆਪਾਂ ਨੂੰ ਇਕੱਠੀ ਕਰਦੇ ਆ, ਪੰਡ ਨੂੰ ਇਕੱਠੀ ਕਰਦੇ ਤਾਂ ਘਰ ਤੱਕ ਲੈ ਕੇ ਜਾਂਦੇ ਆ। ਕੋਈ ਸਮਾਨ ਦੀ ਆ, ਚਾਹੇ ਪੱਠਿਆਂ ਦੀ ਪੰਡ ਆ। ਉਹ ਇੱਦਾਂ ਹੀ ਜਿਹੜਾ ਸਿੱਖਾਂ ਦਾ ਮਤਲਬ ਅੱਜ ਦੇ ਟਾਈਮ ਵਿੱਚ ਜਿਹੜਾ ਇਹ ਸਮਾਨ ਖਿਲਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਸਾਡੀ ਬੇਨਤੀ ਹੈ ਇਹ ਕਿ ਉਹ ਜੇ ਉਹਨਾਂ ਨੂੰ ਸਿਆਣੇ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਸਿਆਣਾ ਮੰਨਦੇ ਮੰਨ ਲਓ, ਤਾਂ ਉਹ ਆਪ ਸਿਆਣੇ ਬਣ ਜਾਣ। ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਸੁਤੰਤਰ ਨੇ ਇਸ ਵੇਲੇ? ਜਿਹੜੇ ਫੈਸਲੇ ਲੈਂਦੇ ਨੇ ਉਹ ਤਾਂ ਢੱਡਰੀਆਂ ਵਾਲੇ ਤਾਂ ਸਵਾਲ ਚੁੱਕਦੇ ਹਰ ਫੈਸਲੇ 'ਤੇ। ਦੇਖੋ, ਜਥੇਦਾਰ ਸਾਹਿਬ ਸੁਤੰਤਰ ਤਾਂ ਨਹੀਂ ਹੈ। ਅੱਜ ਦੇ ਟਾਈਮ ਵਿੱਚ ਜਥੇਦਾਰ ਸੁਤੰਤਰ ਉਹ ਹੋ ਸਕਦੇ ਆ ਜੇ ਉਹਨਾਂ ਦੇ ਕੋਲ ਇੱਕ ਪੂਰਾ ਸਕੱਤਰਤ ਹੋਵੇ, ਉਹਨਾਂ ਦਾ ਵਿਧੀ ਵਿਧਾਨ ਹੋਵੇ ਕਿ ਕਿੱਦਾਂ ਉਹਨੂੰ ਚੁਣਿਆ ਜਾਏਗਾ ਜਥੇਦਾਰ ਨੂੰ, ਸਰਬੱਤ ਖਾਲਸਾ ਕਿੱਦਾਂ ਦਾ ਹੋਣਾ ਚਾਹੀਦਾ। ਜਿਹੜਾ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੋਈ ਅਪੁਆਇੰਟ ਕਰ ਦੇਣਾ, ਉਹ ਤਾਂ ਅਜੇ ਫੁੱਲ ਫਲੈਸ਼ਡ ਜਥੇਦਾਰ ਵੀ ਨਹੀਂ ਹੈਗੇ। ਉਹ ਤਾਂ ਕਾਰਜਕਾਰੀ ਜਥੇਦਾਰ ਲਾਏ ਹੋਏ। ਕਾਰਜਕਾਰੀ ਕਿਉਂ ਲਾਏ ਹੋਏ ਆ? ਉਹ ਤਾਂ ਸਿੱਧੇ ਜਥੇਦਾਰ ਹੋਣੇ ਚਾਹੀਦੇ ਸੀ। ਖੈਰ, ਮੈਂ ਨਿੱਜੀ ਤੌਰ 'ਤੇ ਜਿਹੜਾ ਉਹ ਦੇਖਿਆ ਜਥੇਦਾਰ ਹਰਪ੍ਰੀਤ ਸਿੰਘ, ਉਹ ਬਾਕੀ ਜਥੇਦਾਰਾਂ ਨਾਲੋਂ ਬਹੁਤ ਬਿਹਤਰ ਗੱਲਬਾਤ ਕਰ ਰਹੇ ਆ, ਬਹੁਤ ਬਿਹਤਰ ਉਹਨਾਂ ਨੂੰ ਨੌਲੇਜ ਆ। ਮਤਲਬ ਜਿਹੜੀ ਗੱਲਬਾਤ ਲੱਗਦੀ ਆ ਵੀ ਉਹ ਸੁਤੰਤਰ ਹੋਣ ਦੀ ਕੋਸ਼ਿਸ਼ ਹੈ ਜਾਂ ਉਹ ਸੁਤੰਤਰ ਹੋ ਰਹੇ ਆ। ਲੇਕਿਨ ਗੱਲ ਇਹ ਆ ਵੀ ਜਦੋਂ ਸ਼੍ਰੋਮਣੀ ਕਮੇਟੀ ਕੋਈ ਵੀ ਸੰਸਥਾ ਜਿਹੜੀ ਇਲੈਕਸ਼ਨ ਲੜਨਾ ਚਾਹੁੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਇਹ ਮੁੱਦਾ ਨਹੀਂ ਚੱਕਦਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਕੇ
ਅਸੀਂ ਜਥੇਦਾਰ ਨੂੰ ਸਕੱਤਰਤ ਬਣਾ ਕੇ ਅਸੀਂ ਇਸ ਤਰੀਕੇ ਦੇ ਨਾਲ ਸਰਬੱਤ ਖਾਲਸਾ ਬੁਲਾਵਾਂਗੇ। ਇਸ ਤਰੀਕੇ ਨਾਲ ਅਸੀਂ ਜਥੇਦਾਰ ਜਿਹੜੇ ਆ ਉਹ ਤਖਤਾਂ ਦੇ ਅਪੁਆਇੰਟ ਕਰਾਂਗੇ। ਇਸ ਤਰੀਕੇ ਨਾਲ ਉਹਨੂੰ ਲਾਵਾਂਗੇ। ਉਹਨਾਂ ਤੋਂ ਬਾਅਦ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਦੀ ਉਹ ਕਿੱਦਾਂ ਕੱਟੀ ਜਾਏਗੀ। ਜੇ ਕਿਉਂਕਿ ਪੂੰਜੀਵਾਦ ਦਾ ਪਸਾਰਾ ਹੋ ਚੁੱਕਿਆ ਹੈ ਕਿ ਪੈਸੇ ਦੇ ਬਿਨਾਂ ਇੱਕ ਕਦਮ ਪੱਟਣਾ ਬਹੁਤ ਔਖਾ ਹੋ ਗਿਆ। ਜਿਹੜੀ ਫਿਲਾਸਫੀ ਆ ਉਹਦੇ ਵਿੱਚ ਇਹ ਬਿਲਕੁਲ ਉਲਟ ਚੱਲ ਰਿਹਾ ਕੰਮ। ਜਿਹੜੀ ਸਿੱਖੀ ਸੋਚ ਆ ਉਹ ਤਾਂ ਸਮਾਜਵਾਦੀ ਸੋਚ ਆ ਉਹ, ਲੇਕਿਨ ਉਹ ਚੀਜ਼ ਜਿਹੜੀ ਆ ਇਹ ਪੂੰਜੀਵਾਦ ਦੇ ਗੇੜ 'ਚ ਆ ਗਈ। ਸਾਰੀ ਸਿੱਖ ਸਿਆਸਤ ਦੇ ਵਿੱਚ ਜਿੰਨੇ ਲੀਡਰ ਆ ਉਹ ਸਾਰੇ ਪੂੰਜੀਵਾਦ ਦੇ ਉਹਦੇ 'ਚ ਪ੍ਰਭਾਵ ਵਿੱਚ ਆ ਗਏ। ਉਹ ਸਭ ਇਹ ਸੋਚਦੇ ਵੀ ਪੈਸਾ ਪੈਸਾ ਪੈਸਾ। ਲੇਕਿਨ ਜਥੇਦਾਰ ਸਾਹਿਬ ਕੋਈ ਵੀ ਆ, ਉਹ ਪੰਜੇ ਤਖਤਾਂ ਦੇ ਜਿਹੜੇ ਜਥੇਦਾਰ ਆ ਉਹ ਸੁਤੰਤਰ ਇੱਦਾਂ ਹੋ ਸਕਦੇ ਆ ਵੀ ਜੇ ਉਹਨਾਂ ਨੂੰ ਇੱਕ ਵਿਧੀ ਵਿਧਾਨ ਬਣੇ, ਉਹਨਾਂ ਦਾ ਸਕੱਤਰਤ ਹੋਵੇ। ਸਕੱਤਰਤ ਹੋਣ ਤੋਂ ਬਾਅਦ ਉਹ ਜਿਹੜੇ ਆ ਸ਼੍ਰੋਮਣੀ ਕਮੇਟੀ, ਹੋਰ ਪੰਥਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਵੇ, ਹੋਰ ਗਿਆਨਵਾਨ ਲੋਕ ਇਕੱਠੇ ਹੋਣ, ਉਹਨਾਂ ਨੂੰ ਚੁਣਿਆ ਵੀ ਜਾਵੇ, ਉਹਨਾਂ ਨੂੰ ਲਾਉਣ ਦਾ ਵੀ ਵਿਧਾਨ ਹੋਵੇ, ਉਹਨਾਂ ਦੀ ਰਿਟਾਇਰਮੈਂਟ ਦਾ ਵੀ ਵਿਧਾਨ ਹੋਵੇ, ਉਹਨਾਂ ਦਾ ਪਿੱਛੇ ਜੀਵਨ ਅੱਗੇ ਕਿਵੇਂ ਕੱਟਣਾ ਹੈ ਉਹ ਕਿੱਦਾਂ ਦਾ ਹੋਵੇ। ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਜਿਵੇਂ ਭਾਰਤ ਸਰਕਾਰ, ਸਾਡਾ ਜਥੇਦਾਰ ਸਾਹਿਬ ਤਾਂ ਬਹੁਤ ਰੂਹਾਨੀਅਤ ਦੇ ਜਥੇਦਾਰ ਆ ਅਤੇ ਇਹ ਇੱਕ ਤਖਤ, ਐਸਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਜਿਹੜਾ ਇਹਨਾਂ ਦਿੱਲੀ ਦੇ ਤਖਤ ਤੋਂ ਉੱਚਾ ਹੈ। ਅਤੇ ਇਹ ਜਿਹੜਾ ਜਿਵੇਂ ਆਪਾਂ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਗੱਲ ਕਰੀਏ, ਜਦੋਂ ਉਹਨਾਂ ਨੂੰ ਬਾਅਦ ਵਿੱਚ ਐਡੀਆਂ ਸੁਵਿਧਾਵਾਂ ਮਿਲਦੀਆਂ ਤਾਂ ਸਾਡੇ ਜਥੇਦਾਰ ਜਿਹੜੇ ਆ ਉਹਨਾਂ ਨੂੰ ਵੀ ਇਹ ਸੁਵਿਧਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ। ਅਤੇ ਜਿਹੜਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਆ ਉਹ ਆਪਣਾ ਹਉਮਾ ਹੰਕਾਰ ਇੱਕ ਵਾਰ ਬੈਠ ਕੇ ਝਾਤੀ ਮਾਰਨ। ਉਹ ਕਹੀ ਜਾਂਦੇ ਸਾਰਿਆਂ ਨੂੰ ਚੋਰ ਆ, ਉਹ ਪੁਜਾਰੀ ਆ, ਇੱਧਰੋਂ ਪੈਸਾ ਖਾਂਦਾ, ਉਹ ਪੁਜਾਰੀ ਇੱਧਰੋਂ ਖਾਂਦਾ। ਉਹ ਇੱਕ ਵਾਰ ਵੀ ਦੱਸ ਦੇਣ ਬਾਬੇ ਨਾਨਕ ਦੀ ਤਰ੍ਹਾਂ, ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਕਦੇ ਉਹਨਾਂ ਨੇ ਹਲ ਵਾਇਆ, ਐਡੀ ਸਲਤਨਤ ਉਹਨਾਂ ਨੇ ਖੜੀ ਕੀਤੀ ਆ। ਜੇ ਉਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਆ, ਮੈਂ ਕਹਿੰਦਾ ਫਿਰ ਤਾਂ ਮੇਰਾ ਵੀ ਹਿੱਸਾ ਹੈ, ਫਿਰ ਤੁਹਾਡਾ ਵੀ ਹਿੱਸਾ ਹੈ। ਫਿਰ ਇਹਦਾ ਮਤਲਬ ਸਾਡਾ ਹੱਕ ਸਾਨੂੰ ਦੇ ਦਿਓ। ਸਾਰੇ ਜਿੰਨੀ 2 ਕਰੋੜ ਦੀ ਆਬਾਦੀ ਆ, 2-2.5 ਕਰੋੜ ਦੀ ਸਿੱਖਾਂ ਦੀ, ਫਿਰ ਤਾਂ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ, ਜੇ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਤੁਸੀਂ ਵਰਤੋਂ ਕਰਦੇ, ਅਸੀਂ ਵੀ ਵਰਤੋਂ ਕਰਨੀ ਚਾਹੁੰਦੇ ਤੁਹਾਡੀ ਜਾਇਦਾਦ ਦੀ, ਸਾਨੂੰ ਵੀ ਵਰਤੋਂ ਕਰਵਾਓ। ਇਹ ਗੱਲ ਨਹੀਂ ਹੈਗੀ, ਇਹ ਸਿਰਫ ਦਿਖਾਵਾ ਹੁੰਦਾ ਹੈ। ਗੱਲ ਇਹ ਆ ਵੀ ਤੁਸੀਂ ਵਰਤੋਂ ਤਾਂ ਤੁਸੀਂ ਉਹ ਕਰ ਰਹੇ ਆ, ਉਹ ਕੌਮ ਦਾ ਪੈਸਾ, ਉਹ ਵੀ ਪੁਜਾਰੀਵਾਦ, ਉਹ ਵੀ ਸੇਮ ਪੁਜਾਰੀਵਾਦ ਉੱਦਾਂ ਦਾ ਹੀ ਆ ਜਿੱਦਾਂ ਦਾ ਉਹ ਕਹਿੰਦੇ ਦੂਸਰਾ ਪੁਜਾਰੀਵਾਦ ਆ। ਇੱਦਾਂ ਗਲਤ ਸ਼ਬਦਾਵਲੀਆਂ ਵਰਤਣ ਦੀ ਲੋੜ ਨਹੀਂ, ਕੋਈ ਪੁਜਾਰੀਵਾਦ ਨਹੀਂ ਹੈਗਾ। ਬੜੇ ਵਧੀਆ ਪ੍ਰਚਾਰਕ ਆ ਸਿੱਖਾਂ ਦੇ ਵਿੱਚ, ਬੜੇ ਵਧੀਆ ਤਰੀਕੇ ਨਾਲ ਹੁਣ ਸਹੀ ਲੀਹਾਂ 'ਤੇ ਪ੍ਰਚਾਰ ਹੋ ਰਿਹਾ। ਅਤੇ ਜਿਹੜੇ ਚੈਨਲ ਆ ਉਹ YouTube ਦੇ ਰਾਹੀਂ ਜਾਂ ਦੂਸਰੇ ਚੈਨਲ ਬੜੇ ਵਧੀਆ ਪ੍ਰਚਾਰ ਕਰ ਰਹੇ ਆ। ਇਹ ਇੱਕ ਜਿਹੜਾ ਸਾਡੇ 'ਤੇ ਆਘਾਤ ਲੱਗਿਆ ਹੋਇਆ ਇਹ ਪੂੰਜੀਵਾਦ ਦੇ ਪਸਾਰੇ ਕਰਕੇ ਵੀ ਆ। ਹਰਵਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਲੋਕਰਾਜ ਚੈਨਲ ਪੰਜਾਬੀ ਨੂੰ ਸਮਾਂ ਦੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਹਰਵਿੰਦਰ ਸਿੰਘ ਗਿਆਨੀ, ਜਿਨ੍ਹਾਂ ਨੇ 1991 ਤੋਂ ਪਹਿਲਾਂ ਸਿੱਖ ਸੰਘਰਸ਼ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ। ਸੁਮੇਧ ਸੈਣੀ ਨੇ ਕਿਸ ਤਰ੍ਹਾਂ ਇਹਨਾਂ ਤੇ ਤਸ਼ੱਦਦ ਕੀਤਾ ਉਸ ਦੀ ਕਹਾਣੀ ਤੁਸੀਂ ਇਹਨਾਂ ਤੋਂ ਸੁਣੀ ਹੈ। ਰੋਂਗਟੇ ਖੜੇ ਹੋ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜੇਲ੍ਹਾਂ ਥਾਣਿਆਂ ਦੇ ਵਿੱਚ ਕਿਵੇਂ ਜਿਹੜਾ ਸੁਮੇਧ ਸੈਣੀ ਆਪ ਕੋਲ ਬਹਿ ਕੇ ਤਸ਼ੱਦਦ ਇਹਨਾਂ ਤੇ ਢਾਉਂਦਾ ਸੀ ਤੇ ਆਪਣੇ ਨਾਲ ਮੁਲਾਜ਼ਮਾਂ ਨੂੰ ਵੀ ਲਗਾ ਕੇ ਇਹਨਾਂ ਦੇ ਉੱਤੇ ਇਹਨਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਕੁਚਲਿਆ ਗਿਆ। ਤੇ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਬੜੇ ਹੀ ਸਾਫ਼ ਸ਼ਬਦਾਂ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਆਪਣੇ ਜ਼ਰੀਏ ਜਿਹੜਾ ਇੱਕ ਸੁਨੇਹਾ ਦਿੱਤਾ ਹੈ ਕਿ ਇਹ ਸਭ ਵਿਵਾਦ ਨੂੰ ਜਿਹੜਾ ਉਹ ਰੋਕ ਕੇ, ਜੋ ਕੌਮ ਦੇ ਵਿੱਚ ਦੁਚਿੱਤੀ ਪੈਦਾ ਹੁੰਦੀ ਹੈ ਉਸ ਨੂੰ ਰੋਕ ਕੇ ਮਿਲ ਬੈਠ ਕੇ ਵਿਚਾਰ ਕਰ ਲੈਣਾ ਚਾਹੀਦਾ। ਤੁਹਾਡਾ ਇਸ ਬਾਰੇ ਕੀ ਕਹਿਣਾ, ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਸਾਡੇ ਚੈਨਲ ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।